ठीक है। ਅਸੀਂ बहुत धन्यवाद है भगवंत मान सरकार का जी, अपने जेल मंत्री का, अपने हल्के के MLA साहब का, जिन्हों की बदौलत अपने पिंड के विच बेरोजगारों रोजगार मिलूगा। बाकी पिंड की तरक्की होगी जी, होर भी बहुत सारे काम है जोड़े बच्चे हैं अपने रोजगार लग जाएंगे, होर कारोबार जो करना चाहे वह भी कर सका जी। जो जिमीदार हैं उन्होंने की भी तरक्की होगी जी। ਹੁਣ ਅੰਦਰ ਇੱਥੇ ਦੀ ਇਹਨਾਂ ਨੂੰ ਕਿੰਨੀ ਕੁ ਵੱਡੀ ਨੌਕਰੀ ਦੇ ਦੂੰਗੀ, 15,000 ਦੀ ਦੇ ਦੂੰਗੇ, 10,000 ਦੀ ਦੇ ਦੂੰਗੇ। ਹੁਣ ਇਹ ਸਾਡੇ ਪਿੰਡ ਦੇ ਸਰਪੰਚ ਦੀ ਇੰਨੀ ਨੀਵੀਂ ਸੋਚ ਹੋ ਗਈ ਜੀ, ਚਾਹੇ ਉਹ ਪਿੰਡ ਦੇ ਹੋਰ ਵੀ ਬੰਦੇ ਜਿਹੜੇ ਕਹਿੰਦੇ ਸਾਨੂੰ ਰੁਜ਼ਗਾਰ ਮਿਲੂਗਾ, ਉਹ ਉਹਨਾਂ ਨੂੰ ਸਾਡੇ ਪਿੰਡ ਦੇ ਬੰਦਿਆਂ ਨੂੰ ਉੱਪਰ ਨਹੀਂ ਜਾਣ ਦੇਣਾ ਚਾਹੁੰਦੇ ਹੈ। ਪਿੰਡ ਨੂੰ ਵੀ ਫਾਇਦਾ, ਜਿਹੜਾ ਗੇਟ ਹੈ ਜੀ ਉਹ ਸਿਖਰ ਮਚਰੇ ਕੰਨੀ ਨੂੰ ਰੱਖਿਆ ਜਾਊਗਾ, ਪਿੰਡ ਕੰਨੀ ਨੂੰ ਕੋਈ ਆਣਾ जाना नहीं है जी। बाकी सिक्योरिटी के तौर पर भी पिंड की सेफ्टी हो जाएगी जी, कोई बाहर का ऐरा गैरा बंदा नहीं मुँह करूगा। ਪਾਤਾ ਅਕਾਲੀ ਦਲ ਤੋਂ ਹੈ ਜੀ ਉਹ ਬੰਦੇ, ਉਹਨਾਂ ਨੇ ਕੇਸ ਪਾਤਾ ਜੀ। ਉਹ ਵਿਚਾਰੇ ਗਰੀਬਾਂ ਦੇ ਜਿਹੜੇ ਪਲਾਟ ਹੈ ਉਹਨਾਂ ਦੇ ਵੀ ਰੋਕ ਲਾਤੀ ਉਸ ਬੰਦੇ ਨੇ। ਅਸੀਂ ਚਾਹੁੰਦੇ ਵੀ ਜਿਹੜੇ ਨਵੇਂ ਹੋਰ ਪਲਾਟ ਮਿਲਨੇ ਹੈ ਆਮ ਜਲਾਸ ਮਤਾ ਪਾ ਕੇ ਉਹ ਵੀ ਸਾਈਨ ਕਰਨ, ਅਸੀਂ ਵੀ ਸਾਈਨ ਕਰਾਂਗੇ। ਅਸੀਂ ਸਰਪੰਚ ਨੂੰ ਵੀ ਅਪੀਲ ਕਰਾਂਗੇ, ਸਰਪੰਚ ਤੋਂ ਵੀ ਕਰਾਵਾਂਗੇ, MLA ਸਾਹਿਬ ਨੂੰ ਵੀ ਕਹਾਂਗੇ ਕਿ ਉਹਨਾਂ ਦੇ ਇੰਤਕਾਲ ਚੜਾਉਣ ਜਿਹੜੇ ਨਵੇਂ ਪਲਾਟ ਮਿਲਨੇ ਨੇ। ਉਹ ਵੀ ਜੋ ਚਾਹੇ ਜੀ ਕੋਈ ਨਾ ਕੋਈ ਹੈ ਕਾਲਜ ਬਣਾਉਣੇ ਵਾਲਾ ਜਾਂ ਕੋਈ ਗਰਾਊਂਡ ਬਣਾਉਣੇ वाला जी या कोई हस्पताल बनाने वाला, ਅਸੀਂ ਜ਼ਮੀਨ ਉਹਨੂੰ ਹਸਪਤਾਲ ਦਾ ਫ੍ਰੀ ਦਊਂਗੇ कि पिंड का इलाज सारे का फ्री करें, ਸਾਰੇ ਗਰੀਬਾਂ ਨੂੰ ਸਹੂਲਤ ਮਿਲ ਸਕੇ ਜੀ। ਸਭ ਇੱਥੇ ਚੈੱਕ ਪੋਸਟਾਂ ਵੀ ਬਣਨਗੀਆਂ, ਵੱਡੇ 30 ਫੁੱਟ ਦੀਆਂ ਕੰਧਾਂ ਵੀ ਹੋਣੀਆਂ ਤੇ ਇੱਥੇ ਸਾਡੇ ਪਿੰਡ ਦੀ ਕੋਈ ਪ੍ਰਾਈਵੇਸੀ ਨਹੀਂ ਰਹੂਗੀ। ਰਾਤ ਨੂੰ ਸੈਟਲਾਈਟ ਵੀ ਵੱਜਣਗੀਆਂ ਤੇ ਆਉਣ ਜਾਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਪਾਈ ਹੋਊਗੀ। ਵਿਰੋਧ ਤਾਂ ਜੀ ਬਸ ਸਾਨੂੰ ਪਤਾ ਜੀ 2-4 ਕੇ ਘਰ ਆ ਜਿਨ੍ਹਾਂ ਟੋਬੇ ਬੰਜਾਇਜ਼ ਕਬਜ਼ਾ ਕਰਿਆ ਵਾ, ਹੋਰ ਕੋਈ ਵਿਰੋਧ ਨਹੀਂ ਹੈਗਾ ਜੀ। ਇਹ ਨੋਟੀਫਿਕੇਸ਼ਨ ਪਿਛਲੀ ਸਰਕਾਰਾਂ ਦੇ ਵਿੱਚ ਹੋਇਆ ਸੀਗਾ। ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ 100% ਸਰਪੰਚ ਸਾਹਿਬ ਨਾਲ ਸਹਿਮਤ ਹੈ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਨੂੰ ਰੁਜ਼ਗਾਰ ਦੇਣ ਦੀ ਗੱਲ ਕਰ ਰਹੇ ਹੈ, ਦੂਜੇ ਪਾਸੇ ਇਹ ਕਹਿ ਰਹੇ ਵੀ ਅਸੀਂ ਰੁਜ਼ਗਾਰ ਤੁਹਾਡਾ ਖੋਹ ਲੈਣਾ। ਇਹ ਤਾਂ ਕੋਈ ਇਨਸਾਫ ਵਾਲੀ ਗੱਲ ਹੀ ਨਹੀਂ ਨਾ ਹੋਈ। ਅਗਰ ਤੁਸੀਂ ਰੁਜ਼ਗਾਰ ਦੇਣਾ ਚਾਹੁੰਦੇ ਹੋ ਤਾਂ ਕੋਈ ਚੰਗੀ ਚੀਜ਼ ਲੈ ਕੇ ਆਓ ਪਿੰਡ 'ਚ। देखो टोबे का झगड़ा जी, होर किसी का झगड़ा नहीं है जी। पंचायती जमीन तो साफ पई है जी अपनी, कोई लेन देना नहीं है जी। ਜਿਹੜੇ जेल बारे भी विरोध कर रहे हैं टोबे वाले हैं सारे जी। ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਅਪੀਲ ਕਰ ਰਹੇ ਹਾਂ ਜਿਹੜਾ ਟੋਬਾ ਉਹਦਾ ਵੀ ਨਜਾਇਜ਼ ਕਬਜ਼ਾ ਜਿਹੜਾ ਥੋੜਾ ਜਿਹਾ ਰਹਿ ਗਿਆ, ਬਾਕੀ ਤਾਂ ਕਬਜ਼ਾ ਲੈ ਹੋ ਚੁੱਕਾ, 4 ਦੀਵਾਰੀ ਹੋ ਗਈ ਜੀ। ਉਹਦਾ ਵੀ ਕਬਜ਼ਾ ਲਿਆ ਜਾਏ ਤਾਂ ਕਿ ਡੰਗਰ ਰਹਿਣ ਆਪਣਾ ਪਾਣੀ ਪੂਣੀ ਪੀਵੇਂ ਆਨੰਦ ਮਾਣ ਉਹਦੇ ਵਿੱਚ ਜੀ, ਕੋਈ ਪ੍ਰੋਬਲਮ ਨਹੀਂ ਹੋ ਰਹੀ ਹੈਗੀ। ਉਹੀ ਘਰ ਹੈ ਜਿਹੜੇ ਵਿਰੋਧ ਕਰਨੇ ਵਾਲੇ। ਪਲਾਟ ਦੇ ਗਏ ਇੱਥੇ ਜੇਲ੍ਹ ਹੈ, ਇਹ 17 ਏਕੜ ਜੇਲ੍ਹ ਇੱਥੇ ਤੱਕ ਹੈ, ਜਦ ਕਿ 25 ਏਕੜ ਮੰਗੀ ਗਈ ਹੈ। ਤਾਂ ਇਹ ਇਸ ਲਾਈਨ 'ਚ ਤੁਸੀਂ ਦੇਖ ਰਹੇ ਹੋ ਇੱਥੇ ਤੱਕ ਆ ਜਾਣੀ ਹੈ ਤੇ ਇੱਥੇ ਪਲਾਟ ਬਿਲਕੁਲ ਵੀ ਪ੍ਰਾਈਵੇਸੀ ਨਹੀਂ ਰਹੂਗੀ। ਬਹੁਤ ਮੁਸ਼ਕਿਲ ਰਹਿਣਾ ਪਿੰਡ ਦਾ, ਬਹੁਤ ਮੁਸ਼ਕਿਲ ਹੋ ਜਾਊਗਾ। ਰੱਦ ਹੋਣਾ ਨਹੀਂ ਚਾਹੀਦਾ ਜੀ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਵੀ ਬਿਲਕੁਲ ਇਹ ਗੱਲ ਮੰਨਣੀ ਚਾਹੀਦੀ। ਜੇਲ੍ਹ ਬਣਾਵੇਂ और ਜੇ ਰੱਦ करना चाहें तो लोगों की राय के बिना रद्द ना करे। पिंड के बीच वोटिंग कराई जाए जेल के मुद्दे पर, लोग वोटां पा के देख लें भी किधर ज़्यादा जा रही हैं, घट पाऊँगे रद्द कर दें, ज़्यादा पाऊँगे बना दें। ऐसा कोई प्रॉब्लम नहीं है जी। 80% लोग सहमत हैंगे। ਸਾਡੀਆਂ ਧੀਆਂ ਬਹੂਆਂ ਵੀ ਵਿਹਲੀਆਂ ਜਿਹੜੀਆਂ ਘਰਾਂ ਬੈਠੀਆਂ, ਹੋਰ ਨਹੀਂ ਸਾਨੂੰ ਜੇ ਹਸਪਤਾਲ ਬਣੂ ਜਾਂ ਕੋਈ ਹੋਰ ਚੀਜ਼ ਬਣੂ, ਜੇਲ੍ਹ ਬਣੂ, ਸਾਡੇ ਬੱਚਿਆਂ ਨੂੰ ਕੰਮ ਮਿਲੂਗਾ। ਕਾਲਜ ਦੇ ਵਿੱਚ ਕੁਛ ਨਾ ਅਸੀਂ ਦੱਬਿਆ, ਨਾ ਅਸੀਂ ਛਡਾਇਆ, ਨਾ ਅਸੀਂ ਕਿਸੇ ਦੇ ਵਿੱਚ ਹੈ। ਸਾਡਾ ਮੁੱਦਾ ਇੱਕ ਹੀ ਹੈ, ਜੇਲ੍ਹ। ਅਸੀਂ ਜੇਲ੍ਹ ਰੋਕਣਾ ਚਾਹੁੰਦੇ ਹਾਂ। ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਭਾਵੇਂ ਤੁਸੀਂ ਮੇਰਾ ਨਾਮ ਮੁਖਤਿਆਰ ਸਿੰਘ ਹੈ, ਕਿਤੇ ਵੀ ਜਾ ਕੇ ਤੁਸੀਂ ਸਰਚ ਕਰਦੇ ਹੋ, ਕਿਸੇ ਕੇਸ ਤਾਂ ਵੀ ਅੱਜ ਤੱਕ ਕੋਈ ਕਿਸੇ ਨਾਲ ਗਰੀਬ ਮਾਰ ਕੇ ਜਿਹੜਾ ਦੱਬਿਆ 18 ਸਾਲ ਸਰਦਾਰ ਕੁਲਵੰਤ ਸਿੰਘ ਸਾਡੇ ਲਈ ਤਾਂ ਉਹੀ ਆਪਣੇ ਮੰਤਰੀ ਹੈ ਜੀ। ਤੁਸੀਂ ਉਹਨਾਂ ਤੋਂ ਵੀ ਇੱਕ ਵਾਰੀ ਪੁੱਛ ਸਕਦੇ ਸੀ ਵੀ ਹਾਂ ਕੁਰੜੇ ਦੀ ਇਹ ਪ੍ਰੋਬਲਮ ਹੈ। ਅਗਰ ਉਹ ਹਾਂ ਕਰ ਦਿੰਦੇ ਤਾਂ ਉਹ ਸਾਨੂੰ ਪੁੱਛਦੇ ਆ ਕੇ, ਅਗਰ ਅਸੀਂ ਵੀ ਹਾਂ ਕਰ ਦਿੰਦੇ ਵੀ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਬੇਸ਼ੱਕ ਤੁਸੀਂ ਦੇ ਦਿੰਦੇ। ਪਰ ਸਾਡੀ ਵੀ ਅਸੀਂ ਵੀ ਉਹਨਾਂ ਨੂੰ ਕੋਰੀ ਨਾ ਕਰੀ ਹੈ ਵੀ ਅਸੀਂ ਨਹੀਂ ਦੇਣੀ। ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਕੁਰੜੇ ਦੇ ਵਿੱਚ। ਇੱਥੇ ਕਾਫੀ ਦਿਨਾਂ ਤੋਂ ਇੱਕ ਮਸਲਾ ਜਿਹੜਾ ਪੰਚਾਇਤੀ ਜ਼ਮੀਨ ਦਾ ਗਰਮਾ ਰਿਹਾ ਸੀਗਾ ਤੇ ਕੱਲ ਜਿਹੜੀ ਇੱਕ ਮੀਡੀਆ ਕਾਨਫਰੰਸ ਕੀਤੀ ਗਈ ਸੀਗੀ ਕਿ ਇੱਥੇ ਜਿਹੜੀ ਹੈ ਇੱਕ ਜੇਲ੍ਹ ਬਣਨ ਜਾ ਰਹੀ ਹੈ ਤੇ ਉਹਦੇ ਬਾਰੇ 'ਚ ਜਿਹੜਾ ਇਹ ਇੱਕ ਮੁੱਦਾ ਹੈ, ਪਿੰਡ ਵਾਸੀਆਂ ਦਾ ਕੁਝ ਬੰਦੇ ਉਹਦਾ ਵਿਰੋਧ ਕਰ ਰਹੇ ਨੇ ਤੇ ਕੁਝ ਬੰਦੇ ਉਹਨੂੰ ਚਾਹੁੰਦੇ ਆ ਕਿ ਇੱਥੇ ਬਣੇ। ਅੱਜ ਸਾਡੇ ਨਾਲ ਸਰਪੰਚ ਸਾਹਿਬ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਮੁੱਦਾ ਹੈ, ਇਹ ਸਰ ਮੁੱਦਾ ਕੀ ਹੈ ਜਿਹੜਾ ਪੰਚਾਇਤੀ ਜ਼ਮੀਨ ਦਾ ਕਾਫੀ ਚਿਰ ਤੋਂ ਇਹ ਗਰਮਾਇਆ ਹੋਇਆ। देखो जी, आज से कोई 6-7 महीने हो गए जी ਆਪਾਂ जेल का मता सहमति का पा के दिया था ग्राम पंचायत ने भी उरे जेल बन च सानू कोई इतराज़ नहीं हैगा। वो मता साडा ऊपर चले गया, रिकमेंड हो गया भी ठीक है कुरड़े पिंड में जेल बनूगी। हुण भगवंत मान साहब सरकार ने जी अपना सैशन चलेगा, ये मंजूरी भी दे दी विधान सभा के विच, बाकी भी अपना रकम भी जेल बनने वास्ते जारी कर दी जी। ठीक है। असीं बहुत धन्यवाद है भगवंत मान सरकार का जी, अपने जेल मंत्री का, अपने हल्के के MLA साहब का, जिन्हों की बदौलत अपने पिंड के विच बेरोजगारों रोजगार मिलूगा। बाकी पिंड की तरक्की होगी जी, होर भी बहुत सारे काम है जोड़े बच्चे हैं अपने रोजगार लग जाएंगे, होर कारोबार जो करना चाहे वह भी कर सका जी। जो जिमीदार हैं उन्होंने की भी तरक्की होगी जी। चाहे कोई सब्जी गा रहा जेल के विच सब्जी जाऊगी,
ਦੁੱਧ ਜਾਊਗਾ ਜੀ, ਇਹ ਗੱਲ ਬਹੁਤ ਕੰਮ ਪਿੰਡ ਦਾ ਰੁਜ਼ਗਾਰ ਵਾਸਤੇ ਵਧੂਗਾ ਜੀ। ਬਾਕੀ ਜਿਹੜੀ ਜੇਲ੍ਹ ਦੀ ਗੱਲ ਹੈਗੀ ਵੀ ਚਾਰ ਦੀਵਾਰੀ ਬਹੁਤ ਉੱਚੀ ਹੋ ਜੂਗੀ, ਉਸका ਉੱਚੀ ਦਾ ਫਾਇਦਾ ਜੀ ਪਿੰਡ ਨੂੰ ਵੀ ਫਾਇਦਾ। ਜਿਹੜਾ ਗੇਟ ਹੈ ਜੀ ਉਹ ਸੇਖਰ ਮਚਰੇ ਕੰਨੀ ਨੂੰ ਰੱਖਿਆ ਜਾਊਗਾ, ਪਿੰਡ ਕੰਨੀ ਨੂੰ ਕੋਈ ਆਣਾ ਜਾਣਾ नहीं हैगा जी। बाकी सिक्योरिटी के तौर पर भी पिंड की सेफ्टी हो जूगी जी, कोई बाहर का ऐरा गैरा बंदा नहीं मुँह करूगा या कोई नशे वाला नहीं करूगा। खैर नशे से हमारा पिंड पहले भी मुक्त है जी, पिंड के विच कोई नशा नहीं हैगा, एन साफ सुथरा पिंड है जी। हूँ भी कोई गलियाँ नालियाँ ला लो तुसीं देख सकां, कोई गंद नहीं हैगा। इतना तरक्की चाह रहे पिंड की, तरक्की हो जेल बनने का तरक्की होगी जी। ਇਹ ਕਾਫੀ ਜਿਹੜੀ ਕਿੰਨੇ ਏਕੜ ਜ਼ਮੀਨ ਹੈ ਜਿਹੜੀ ਪਿੰਡ ਦੀ ਟੋਟਲ ਜ਼ਮੀਨ ਹੈ? देखो टोटल हैगी पिंड की 85 एकड़ के करीब जी, जिसके विच जेल बननी उत्थे है 40 किले का टक जी। 40 में तो आप 17.5 किले जेल वास्ते मता पा के सहमति का दिया जी, जो सरकार ने मंजूर कर लिया। सानू तो यही बेनती है सरकार नूं भी जिहड़ी जेल है छेती छेती बनाई है ताकि पिंड की भलाई का काम हो सके जी। बाकी जिन्ने बेचारे बेरोजगार हैं रोजगार मिल सके। हुण देखो ये पिंड के बंदे सारे इकट्ठे होकर आए भी जेल बननी चाहिए है, ये गल असीं सहमत हैंगे। हुण पिंड की 650 वोट है जी, उसके पिछले 400 वोट तो खड़ी हैगी, बाकी इन्हें घर भी हैंगे पिछे बंदे 70% लोग सहमत हैंगे जी, कोई विरोध नहीं हैगा। ਜਿਹੜਾ ਇੱਥੇ ਇੱਕ ਹੋਰ ਕਿ ਹਸਪੀਟਲ ਬਣਾਇਆ ਜਾਵੇ ਇੱਥੇ ਜਾਂ ਯੂਨੀਵਰਸਿਟੀ ਲਈ ਜਾਵੇ ਜਾਂ ਸਕੂਲ ਬਣਾਇਆ ਜਾਵੇ, ਇਹੋ ਜਿਹੀਆਂ ਉਹਨਾਂ ਨੇ ਡਿਮਾਂਡਾਂ ਰੱਖੀਆਂ, ਤੁਸੀਂ ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ? ਉਹ ਵੀ ਬਹੁਤ ਵਧੀਆ ਕੰਮ ਹੈ ਜੀ, ਅਸੀਂ ਇਸ ਗੱਲ ਵੀ ਸਹਿਮਤ ਹਾਂ ਜੀ। ਉਹ ਵੀ ਜੋ ਚਾਹੇ ਜੀ ਕੋਈ ਨਾ ਕੋਈ ਹੈ ਕਾਲਜ ਬਣਾਉਣੇ ਵਾਲਾ ਜਾਂ ਕੋਈ ਗਰਾਊਂਡ ਬਣਾਉਣੇ ਵਾਲਾ ਜੀ या कोई हस्पताल बनाने वाला, ਅਸੀਂ ਜ਼ਮੀਨ ਉਹਨੂੰ ਹਸਪਤਾਲ ਦਾ फ्री दूंगे कि पिंड का इलाज सारे का फ्री करें, सारे गरीबां ਨੂੰ सहूलत मिल सके जी। ਇਹ ਗੱਲ ਕੋਈ ਤਰਾਜ਼ਗੀ ਨਹੀਂ ਹੈ ਜੀ ਸਾਨੂੰ। ਇੱਥੇ ਇਹ ਵਿਰੋਧ ਜਿਹੜਾ ਕਦੋਂ ਦਾ ਹੋ ਰਿਹਾ? ਵਿਰੋਧ ਤਾਂ ਜੀ ਬਸ ਸਾਨੂੰ ਪਤਾ ਜੀ 2-4 ਕੇ ਘਰ ਆ ਜਿਨ੍ਹਾਂ ਟੋਬੇ ਬੰਜਾਇਜ਼ ਕਬਜ਼ਾ ਕਰਿਆ ਵਾ, ਹੋਰ ਕੋਈ ਵਿਰੋਧ ਨਹੀਂ ਹੈਗਾ ਜੀ। ਇਹ ਨੋਟੀਫਿਕੇਸ਼ਨ ਪਿਛਲੀ ਸਰਕਾਰਾਂ ਦੇ ਵਿੱਚ ਹੋਇਆ ਸੀਗਾ? ਨੋਟੀਫਿਕੇਸ਼ਨ ਹੁਣ ਹੋਇਆ ਜੀ ਆਪਣਾ ਭਗਵੰਤ ਮਾਨ ਸਰਕਾਰ ਨੇ ਕਰਿਆ ਜੀ ਆਪਣਾ ਸੈਸ਼ਨ ਦੇ ਵਿੱਚ ਪਾਸ ਜੀ। ਪਹਿਲੀ ਨੇ ਤਾਂ ਮਤਾ ਹੀ ਮੰਗਿਆ ਸਹਿਮਤੀ ਦਾ, ਅਸੀਂ ਲਿਖ ਕੇ ਦੇ ਦਿਆ, ਉਹੀ ਅਫਸਰ ਹੈਗੇ ਹੁਣ ਵੀ ਜੀ, ਪਹਿਲਾਂ ਵੀ ਉਹੀ ਤੇ ਜਿਵੇਂ ਸਰਕਾਰ ਬਦਲ ਗਈ ਹੁਣ ਸਰਕਾਰ ਹਮੇ ਸਰਕਾਰ ਗੱਲ ਚਾਹ ਰਿਹਾ ਮਿਲ ਕੇ। ਤੇ ਕੁਝ ਪਿੰਡ ਵਾਸੀ ਵੀ ਖੜੇ ਇਹਨਾਂ ਤੋਂ ਵੀ ਪੁੱਛਦੇ ਆ, ਤੁਸੀਂ ਕਿੰਨੇ % ਸਹਿਮਤ ਹੋ ਇਹਦੇ ਨਾਲ ਵੀ ਇਹ ਜੇਲ੍ਹ ਬਣੇ? ਅਸੀਂ ਵੀ ਸਾਡੇ ਸਹਿਮਤ ਹਾਂ ਜੀ। ਠੀਕ ਹੈ, ਨੌਜਵਾਨ ਵੀ ਖੜੇ ਆ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਰ ਵਧੀਆ ਗੱਲ ਹੈ ਜੀ, ਜੇਲ੍ਹ ਬਣੂਗੀ। ਇੱਥੇ ਸਾਡੇ ਮੋਹਾਲੀ ਜ਼ਿਲ੍ਹੇ 'ਚ ਜੇਲ੍ਹ ਨਹੀਂ ਹੈਗੀ ਤੇ ਜਿੰਨਾ ਕ੍ਰਾਈਮ ਵੱਧਦਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ। ਤੇ ਅਸੀਂ ਤਾਂ ਭਗਵੰਤ ਮਾਨ ਸਾਹਿਬ ਦੀ ਸ਼ਲਾਘਾ ਕਰਾਂਗੇ ਕਿ ਉਹਨਾਂ ਨੇ ਕ੍ਰਾਈਮ ਨੂੰ ਘਟਾਉਣ ਵਾਸਤੇ ਇੱਕ ਨਵੀਂ ਜੇਲ੍ਹ ਦੀ ਉਸਾਰੀ ਕਰ ਰਹੇ ਹਨ। ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ 100% ਸਰਪੰਚ ਸਾਹਿਬ ਨਾਲ ਸਹਿਮਤ ਹਾਂ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕੀ ਲੱਗਦਾ ਇਹ ਤੋਂ ਰੁਜ਼ਗਾਰ ਵੀ ਵਧੂਗਾ? ਰੁਜ਼ਗਾਰ ਬਿਲਕੁਲ ਵਧੂਗਾ ਜੀ, ਬਿਲਕੁਲ ਵਧੂਗਾ ਸਰ। ਬੱਚਿਆਂ ਨੂੰ ਛੋਟੀ ਮੋਟੀ ਜੌਬ ਮਿਲੂਗੀ, ਕੋਈ ਜਿਵੇਂ ਲੇਡੀਜ਼ ਨੇ ਉਹਨਾਂ ਨੂੰ ਅੰਦਰ ਝਾੜੂ ਪੋਚੇ ਦਾ ਕੰਮ ਮਿਲੂਗਾ, ਦਫ਼ਤਰ ਬਣਨਗੇ ਤੇ ਇਹਨਾਂ ਨੂੰ ਰੁਜ਼ਗਾਰ ਮਿਲੂਗਾ ਸਰ ਸਭ ਨੂੰ। ਸਰਪੰਚ ਸਾਹਿਬ ਇੱਕ ਹੋਰ ਮੁੱਦਾ ਸੀਗਾ ਵੀ ਤੁਸੀਂ ਦੱਸ ਰਹੇ ਸੀਗੇ ਵੀ ਇੱਥੇ ਝਗੜਾ ਵੀ ਸੀਗਾ, ਉਹ ਕਾਹਦਾ ਝਗੜਾ ਚੱਲ ਰਿਹਾ ਸੀਗਾ ਜਿਹੜਾ ਪਹਿਲਾਂ ਕੋਈ ਕਿਸੇ ਦਾ ਝਗੜਾ ਵੀ ਸੀਗਾ ਇਸ ਪੰਚਾਇਤੀ ਜ਼ਮੀਨ ਤੇ? देखो टोबे का झगड़ा जी, होर किसी का झगड़ा नहीं है जी। पंचायती जमीन तो साफ पई है जी अपनी, कोई लेना देना नहीं है जी। ਜਿਹੜੇ जेल बारे भी विरोध कर रहे हैं टोबे वाले हैं सारे जी। ਅਸੀਂ ਭਗਵੰਤ ਮਾਨ ਸਰਕਾਰ ਨੂੰ अपील कर रहे हैं ਜਿਹੜਾ ਟੋਬਾ ਉਹਦਾ भी नजायज़ कब्जा ਜਿਹੜਾ थोड़ा ਜਿਹਾ ਰਹਿ ਗਿਆ, ਬਾਕੀ ਤਾਂ कब्जा ले हो चुका, 4 ਦੀਵਾਰੀ हो गई भी ਉਹਦਾ भी कब्जा लिया जाए ਤਾਂ ਕਿ ਡੰਗਰ ਰਹਿਣ अपना पानी पूनी पीवन आनंद माण ਉਹਦੇ ਵਿੱਚ ਜੀ। ਕੋਈ ਪ੍ਰੋਬਲਮ ਨਹੀਂ ਹੋ ਰਹੀ ਹੈਗੀ। ਉਹੀ ਘਰ ਆ ਜਿਹੜੇ ਵਿਰੋਧ ਕਰਨ ਵਾਲੇ। ਜਿਹੜੇ ਇੱਥੇ ਪਲਾਟ ਦਿੱਤੇ ਹੋਏ ਕਿ ਉਹਨਾਂ ਤੇ ਵੀ ਉਹਨਾਂ ਨੇ ਕੋਈ ਕੇਸ ਕੀਤਾ ਹੋਇਆ ਜਾਂ ਝਗੜਾ ਕੀਤਾ ਹੋਇਆ? ਉਹਨਾਂ ਨੇ ਕੇਸ ਪਾਇਆ ਦਾ ਜੀ ਆਪਣਾ ਹਾਈ ਕੋਰਟ ਨੇ ਰਿਮਾਂਡ ਕਰਕੇ ਆਪਣਾ ਚੀਫ ਸੈਕਟਰੀ ਪੰਜਾਬ ਨੂੰ ਭੇਜ ਦਿੱਤਾ ਜੀ ਵੀ ਇਹਨਾਂ ਦੀ ਇਨਕੁਆਇਰੀ ਕਰੀਏ ਜੀ। ਅਸੀਂ ਇਹ ਵੀ ਗੱਲ ਕਹਿ ਰਹੇ ਹਾਂ ਵੀ ਜਿਹੜੀ ਇਨਕੁਆਇਰੀ ਜੇ ਕਰਨੀ ਹੈ ਤਾਂ ਕਰਕੇ ਵਿਚਾਰੇ ਜਿਹੜੇ ਗਰੀਬ ਹੈ ਇਹ ਆਪਣੇ ਮਕਾਨਾਂ ਕੋਈ ਜਾਲੀ ਤਾਂ ਹੈ ਨਹੀਂ ਜੀ, ਸਾਰੇ ਸਹੀ ਹੈਗੇ, ਸਾਰੇ ਪਿੰਡ ਕੇ ਵਾਸੀ ਹੈ, ਸਾਰਿਆਂ ਦੇ ਰਾਸ਼ਨ ਕਾਰਡ ਵਗੈਰਾ ਪਿੰਡ ਕੇ ਮੁੱਦਤਾਂ ਕੇ ਬਣੇ ਹੋਏ ਹੈ ਜੀ। ਤੇ ਹੁਣ ਜਦੋਂ ਨੋਟੀਫਿਕੇਸ਼ਨ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਵੱਲੋਂ ਇਹ ਫਾਈਨਲ ਹੋ ਚੁੱਕਿਆ ਹੈ, ਉਹ ਤੋਂ ਪਹਿਲਾਂ ਵਿਰੋਧ ਕਿਉਂ ਨਹੀਂ ਕੀਤਾ ਦੂਜੀ ਧਿਰਾਂ ਨੇ? ਪਹਿਲਾਂ ਕੋਈ ਵਿਰੋਧ ਨਹੀਂ ਕਰਿਆ ਜੀ, ਉਹਦਾ ਹੁਣ ਹੀ ਹੋਇਆ ਵੀ ਖਨੀ ਅਸੀਂ ਕਿਆ ਕਰ ਦੇਂਗੇ। ਅਸੀਂ ਸਰਕਾਰ ਗੱਲ ਸਹਿਮਤ ਹੈਗੇ, ਸਰਕਾਰ ਨੂੰ ਇਹ ਬੇਨਤੀ ਕਰਾਂ ਵੀ ਜਿਹੜੀ ਜੇਲ੍ਹ ਬਣਾਈ ਇਹਨੇ ਕੋਈ ਨਾ ਸੁਣੀ ਜੀ ਹੈ। ਕੱਲ੍ਹ ਜਿਹੜਾ ਇਹਨੇ ਇਕੱਠ ਕਰਿਆ ਬਾਹਰ ਕੇ ਬੰਦਿਆਂ ਦਾ ਜਾਲੀ ਦੇ ਸਾਰੇ ਜੀ, ਆਪਣੇ ਪਿੰਡ ਕੇ ਬਹੁਤ ਘੱਟ ਦੇ ਜੀ। ਹੁਣ ਇਹ ਪਿੰਡ ਕੇ ਜਿਹੜੇ ਬੰਦੇ ਨੂੰ ਮਰਜ਼ੀ ਪੁੱਛ ਲਓ, ਕੋਈ ਬਾਹਰ ਦਾ ਇੱਕ ਵੀ ਬੰਦਾ ਨਹੀਂ ਹੈ ਨਾ ਵਿੱਚ, ਸਾਰੇ ਅਗਲੇ ਆਪ ਸਹਿਮਤ ਹੋ ਕੇ ਆਏ ਆ ਵੀ ਦੇਖੋ ਜੇਲ੍ਹ ਬਣਨੀ ਚਾਹੀਦੀ ਹੈ, ਰੁਜ਼ਗਾਰ ਮਿਲਣਾ ਚਾਹੀਦਾ। ਕੋਈ ਗੱਲ ਨਹੀਂ 17 ਕਿੱਲੇ ਹੈਗੇ, ਕੋਈ ਫਿਰ ਬਥੇਰੀ ਪਈ ਹੈ, ਕੋਈ ਹਸਪਤਾਲ ਬਣਾਉਣੇ ਵਾਸਤੇ ਉਹਨਾਂ ਦਾ ਹੈ ਕੋਈ ਕੰਪਨੀ, ਅਸੀਂ ਦੇਣੇ ਵਾਸਤੇ ਤਿਆਰ ਹਾਂ ਜੀ। ਇੱਕ ਮੁੱਦਾ ਹੋਰ ਹੈ, ਜੇ ਉਹ ਕਹਿੰਦੇ ਵੀ ਅਸੀਂ ਇਹਨੂੰ ਰੱਦ ਕਰਾਵਾਂਗੇ, ਤੁਸੀਂ ਕਹਿੰਦੇ ਕਿ ਸਹਿਮਤ ਇਹਦੇ ਨਾਲ ਕਿ ਇਹ ਰੱਦ ਹੋਊਗਾ? ਰੱਦ ਹੋਣਾ ਨਹੀਂ ਚਾਹੀਦਾ ਜੀ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰ ਰਹੇ ਹਾਂ ਵੀ ਬਿਲਕੁਲ ਇਹ ਗੱਲ ਮੰਨਣੀ ਚਾਹੀਦੀ, ਜੇਲ੍ਹ ਬਣਾਵੇਂ ਉਹ ਜੇ ਰੱਦ ਕਰਨਾ ਚਾहें ਤਾਂ ਲੋਕਾਂ ਦੀ ਰਾਏ ਤੇ ਬਿਨਾਂ ਰੱਦ ਨਾ ਕਰੇ ਜਾਏ। ਪਿੰਡ ਦੇ ਵਿੱਚ ਵੋਟਿੰਗ कराई जाए जेल के मुद्दे पर, लोग वोटां पा के देख लें भी किधर ਨੂੰ ज़्यादा जा रही, घट पाऊँगे रद्द कर दें, ज़्यादा पाऊँगे बना दें, ਇਹੋ ਜਿਹਾ ਕੋਈ ਪ੍ਰੋਬਲਮ ਨਹੀਂ ਹੈ ਜੀ। 80% ਲੋਕ ਸਹਿਮਤ ਹੈਗੇ ਵੀ ਜੇਲ੍ਹ ਬਣਨੀ ਚਾਹੀਦੀ ਹੈ। ਅਸੀਂ ਬਜ਼ੁਰਗਾਂ ਨਾਲ ਵੀ ਗੱਲ ਕਰਦੇ ਹਾਂ। ਬਾਪੂ ਜੀ ਤੁਹਾਡਾ ਕੀ ਕਹਿਣਾ ਇਸ ਜੇਲ੍ਹ ਬਾਰੇ? ਸਾਨੂੰ ਜੇਲ੍ਹ ਬਾਤ ਦੀ ਗੱਲ ਸਰ, ਇਹ ਝਗੜਾ ਕਿਉਂ ਹੋਇਆ ਸਰ?
ਇਹ ਜਿਹੜੇ ਮਕਾਨ ਟੋਬੇ ਦਾ ਕਬਜ਼ਾ ਹੈ ਇਹਦੇ ਵਿੱਚ ਉਹ ਬੰਦੇ ਵੀ ਹੈ ਜਿਹੜਾ ਭੁਪਿੰਦਰ ਸਿੰਘ ਹੈ, ਉਹਦੀ ਡੇਟ ਆਫ ਬਰਥ 1978 ਦੀ ਹੈ। 78 ਤੇ ਉਹਨਾਂ ਦੇ ਘਰ ਮੀਟਰ ਲੱਗੇ ਹੋਏ ਹੈ। ਉਹਦੇ ਜੰਮਣ ਤੋਂ ਪਹਿਲਾਂ ਸਾਡੇ ਘਰ ਮੀਟਰ ਲੱਗਿਆ ਹੋਇਆ ਜੀ। ਮੇਰੇ ਨਹੀਂ ਜਿਹੜੇ ਮਕਾਨ ਬਣੇ ਹੋਏ ਹੈ ਉਹ ਕਹਿੰਦਾ ਉਹ ਢਾਹ ਦਿਓ, ਨਹੀਂ ਮੈਂ ਟੋਬਾ ਮੈਨੂੰ ਦੇ ਦਿਓ। ਉਹ ਉਹਦੀ ਇਹ ਸ਼ਰਤ ਹੈ ਵੀ ਇਹ ਘਰ ਢਾਓ ਸਾਹਿਬ ਦੇ 7-8 ਬੰਦੇ ਨਾਂ ਲਿਖੇ ਹੈ ਜਿਨ੍ਹਾਂ ਦੇ ਮੀਟਰ 1978 ਲੱਗੇ, ਉਹਦੀ ਡੇਟ ਆਫ ਬਰਥ 1978 ਦੀ ਹੈ। ਤੁਹਾਡਾ ਕੀ ਕਹਿਣਾ ਸਰ ਵੀ ਜਿਹੜਾ ਇਹ ਜ਼ਮੀਨ 80 ਏਕੜ ਤੋਂ ਉੱਤੇ ਜ਼ਮੀਨ ਹੈ, ਜੇ ਬਚਦੀ ਹੈ ਤਾਂ ਇੱਕ ਮੁੱਦਾ ਚੱਲ ਰਿਹਾ ਸੀਗਾ ਵੀ ਗਰੀਬਾਂ ਵਿੱਚ ਵੀ ਦਿੱਤੀ ਜਾਵੇ, ਵੀ ਕੱਲ ਨੂੰ ਗਰੀਬਾਂ ਵੀ ਮਾੜਾ 2 ਵਿਗੇ ਆ ਅੱਧੀ ਏਕੜ ਸਰਪੰਚ ਸਾਹਿਬ ਕਹਿੰਦੇ ਸੀਗੇ ਵੀ ਉਹਨਾਂ ਨੂੰ ਵੀ ਦੇ ਸਕਦੇ ਆ ਬਚਦੀ ਜ਼ਮੀਨ। ਇਹਦੇ ਬਾਰੇ ਕੀ ਕਹਿਣਾ? ਠੀਕ ਹੈ ਜੀ, ਇਹ ਤਾਂ ਵਧੀਆ ਗੱਲ ਹੈ ਜੀ ਕਿ ਗਰੀਬਾਂ ਵਿੱਚ ਜ਼ਮੀਨ ਹੈ ਨਹੀਂ, ਜਗ੍ਹਾ ਨਹੀਂ ਹੈ ਬੈਠਣ ਨੂੰ, ਦੇ ਸਕਦੇ ਜੀ, ਕੋਈ ਦਿੱਕਤ ਨਹੀਂ, ਬਥੇਰੀ ਜ਼ਮੀਨ ਪਈ ਹੈ। ਸਰਪੰਚ ਸਾਹਿਬ ਤੁਸੀਂ ਦੱਸ ਰਹੇ ਸੀਗੇ ਵੀ ਜਿਹੜੇ ਇਹ ਜ਼ਮੀਨ ਬਚਦੀ ਹੈ ਕੱਲ ਨੂੰ ਵੀ ਇਹ ਗਰੀਬਾਂ ਵਿੱਚ ਵੀ ਵੰਡੀ ਜਾ ਸਕਦੀ ਹੈ। ਬਿਲਕੁਲ, ਚਾਹੇ ਕੋਈ ਜ਼ਿਮੀਂਦਾਰ ਹੈ ਜੀ, ਗਰੀਬ ਹੈ, ਕੋਈ ਵੀ ਜਿਹਦਾ ਨਹੀਂ ਜ਼ਮੀਨ ਹੈ, ਸਭ ਨੂੰ ਦੇਈ ਜਾਈਏ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਅਸੀਂ ਸਹਿਮਤ ਹੈਗੇ ਦੇਣ ਵਾਸਤੇ, ਗਰੀਬਾਂ ਦੀ ਮੰਗ ਪੂਰੀ ਕਰੂੰਗੇ ਜੀ। ਅਸੀਂ ਲੇਡੀਜ਼ ਵੀ ਖੜੀ ਪਿੰਡ ਦੇ, ਉਹਨਾਂ ਤੋਂ ਵੀ ਪੁੱਛਦੇ ਹਾਂ ਵੀ ਉਹ ਕੀ ਕਹਿਣਾ ਚਾਹੁੰਦੇ ਆ ਇਹਨਾਂ ਤੇ। ਤੁਸੀਂ ਇਹ ਜਿਹੜੀ ਪਿੰਡ ਦੇ ਵਿੱਚ ਜੇਲ੍ਹ ਬਣ ਜਾ ਰਹੀ ਹੈ, ਤੁਸੀਂ ਸਹਿਮਤ ਹੈ ਜੀ? ਸਹਿਮਤ ਹੈ ਜੀ। ਤੇ ਤੁਸੀਂ ਮਾਤਾ ਜੀ ਜੇਲ੍ਹ ਬਣ ਤੋਂ ਕਿੰਨਾ ਕੁ ਸਹਿਮਤ ਹੋ? ਅਸੀਂ ਪੂਰੇ ਸਹਿਮਤ ਹਾਂ ਜੀ। ਹਾਂਜੀ, ਜਿਹੜੀ ਜੇ ਉਹਨਾਂ ਨੇ ਹਸਪਤਾਲ ਬਣਾਉਣਾ ਜੀ, ਹੋਰ ਜ਼ਮੀਨ ਬਹੁਤ ਹੈ, ਉਹਦੇ 'ਚ ਬਣਾ ਲਓ, ਉਹ ਵੀ ਬਣ ਜਾਊਗਾ, ਕੋਈ ਗੱਲ ਨਹੀਂ, ਸਾਨੂੰ ਉਹ ਵੀ ਅਸੀਂ ਖੁਸ਼ੀ ਹਾਂ ਉਹਦੇ ਵਿੱਚ। ਉਹ ਕਹਿੰਦੇ ਵੀ ਇੱਥੇ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਕਾਤਲ ਆਂਦਾ, ਗੈਂਗਸਟਰ ਆਂਦਾ, ਸਾਡੀ ਧੀਆਂ ਭੈਣਾਂ ਨੂੰ ਤੰਗੀ ਹੋਊਗੀ, ਤੁਸੀਂ ਇਹਦੇ ਤੇ ਕੀ ਕਹਿੰਦੇ? ਅਸੀਂ ਇਹ ਕਹਿੰਦੇ ਜੀ ਜਿਹੜੇ ਹੁਣ ਸ਼ਹਿਰ 'ਚ ਮੋਹਾਲੀ ਬੜੈਲ ਬਣੀ ਵੀ ਹੈ, ਉਹਦੇ ਵਿੱਚ ਅਸੀਂ ਵੀ ਲੰਘਦੇ ਸੜਕਾਂ ਨੂੰ, ਉਹਦੇ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ। ਜੇ ਇੱਥੇ ਸੜਕ ਨੂੰ ਲੰਘੂ ਉਹਦੀ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਕਿਸੇ ਨੂੰ, ਉਹ ਤਾਂ ਸੜਕ ਨੂੰ ਲੰਘਣਾ ਹੈ, ਅੰਦਰ ਤਾਂ ਕਿਸੇ ਨੇ ਨਹੀਂ ਵੜਨਾ ਹੈਗਾ। ਤੁਸੀਂ ਸਹਿਮਤ ਹੈ ਕਿ ਇਹ ਜਿਹੜੀ ਬਣਨੀ ਚਾਹੀਦੀ? ਹਾਂਜੀ, ਬਣਨੀ ਚਾਹੀਦੀ ਹੈ। ਜੇ ਉਹ ਹਸਪਤਾਲ ਬਣਾਉਣਾ ਚਾਹੁੰਦੇ ਤਾਂ ਹੋਰ ਜ਼ਮੀਨ ਹੈਗੀ ਉਹਦੇ 'ਚ ਬਣਾ ਲਓ, ਜਿਹੜੀ ਨਾਲ ਲੱਗਦੀ ਹੈ ਉਹ ਗਰੀਬਾਂ ਨੂੰ ਵੰਡ ਦੇਣ, ਪਿੰਡ ਦੇ ਨਾਲ ਲੱਗਦੀ ਹੈ। ਠੀਕ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਠੀਕ ਹੈ, ਜੋ ਕੁਝ ਕਹਿ ਰਹੇ ਮਾਤਾ ਜੀ ਕਿੰਨੇ ਕੁ ਸਹਿਮਤ ਹੋ ਤੁਸੀਂ ਇਸ ਜੇਲ੍ਹ? ਸਹਿਮਤ ਹੈਗੇ ਆ ਵੀਰ, ਜਿਹੜੀ ਜੇਲ੍ਹ ਨੂੰ ਜਗ੍ਹਾ ਚਲੀ ਗਈ ਤਾਂ ਸਾਨੂੰ ਗਰੀਬਾਂ ਨੂੰ ਜ਼ਰੂਰ, ਸਾਡੇ ਬੱਚਿਆਂ ਨੂੰ ਜਗ੍ਹਾ ਜ਼ਰੂਰ ਮਿਲਣੀ ਚਾਹੀਦੀ ਹੈ। ਸਾਡੇ ਬੱਚਿਆਂ ਵਾਸਤੇ, ਸਾਡੇ ਬੱਚਿਆਂ ਨੂੰ ਗੋਹਾ ਵੱਥਣੇ ਨਹੀਂ, ਕਿਤੇ ਕੁਛ ਨਹੀਂ, ਕੱਖ ਕੰਡੇ ਨੂੰ ਬੜੇ ਔਖੇ ਆ ਬੱਚੇ, ਵੀ ਸਾਨੂੰ ਥੋੜੀ ਬਹੁਤੀ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ। ਆਪਣੀ ਬਾਕੀ ਦੀ ਵੰਡ ਲੈਣ, ਸਾਨੂੰ ਕੋਈ ਖਿਆਲ ਨਹੀਂ ਹੈ, ਸਾਨੂੰ ਕਿਸੇ ਗੱਲ ਉਹ ਨਹੀਂ ਹੈ। ਤੇ ਤੁਸੀਂ ਚਾਹੁੰਦੇ ਆ ਵੀ ਬੱਚਿਆਂ ਨੂੰ ਅੱਗੇ ਨੂੰ ਰੁਜ਼ਗਾਰ ਮਿਲੇ? ਹਾਂ, ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਸਾਡੇ ਬੱਚੇ ਵਿਹਲੇ ਆ ਜੀ, ਅਸੀਂ ਕੀ ਕਰੀਏ? ਸਾਡੀਆਂ ਧੀਆਂ ਬਹੂਆਂ ਵੀ ਵਿਹਲੀਆਂ ਜਿਹੜੀਆਂ ਘਰਾਂ ਬੈਠੀਆਂ, ਹੋਰ ਨਹੀਂ, ਸਾਨੂੰ ਜੇ ਹਸਪਤਾਲ ਬਣੂ ਜਾਂ ਕੋਈ ਹੋਰ ਚੀਜ਼ ਬਣੂ, ਜੇਲ੍ਹ ਬਣੂ, ਸਾਡੇ ਬੱਚਿਆਂ ਨੂੰ ਕੰਮ ਮਿਲੂਗਾ। ਇਹ ਸੀਗਾ ਪਿੰਡ ਕੁਰੜ ਦੇ ਵਿੱਚ ਜਿਹੜਾ ਇੱਥੇ ਇੱਕ ਪੰਚਾਇਤੀ ਜ਼ਮੀਨ ਦਾ ਵਿਵਾਦ ਸੀਗਾ ਜਿਹੜਾ ਜੇਲ੍ਹ ਵਿਛੇ, ਤੇ ਪਿੰਡ ਵਾਲੇ ਵੀ ਇੱਥੇ ਕਾਫੀ ਸਹਿਮਤ ਨੇ, ਤੇ ਅਸੀਂ ਗੱਲ ਕਰਦੇ ਹਾਂ ਵੀ ਕੁਝ ਹੋਰ ਗੱਲ ਕਰਨਾ ਚਾਹੁੰਦੇ ਹਾਂ। ਹਾਂਜੀ ਸਰ, ਮੈਂ ਤਾਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਭੁਪਿੰਦਰ ਸਿੰਘ ਹੈ ਜੀ, ਸਭ ਤੋਂ ਜ਼ਿਆਦਾ ਬੋਲਦਾ ਉਹ। ਪਹਿਲਾਂ ਭਗਵੰਤ ਮਾਨ ਸਰਕਾਰ ਨੂੰ ਇਹ ਚਾਹੀਦਾ ਹੈ, ਉਹ ਟੋਬਾ ਦੱਬੀ ਬੈਠੇ ਜੀ ਪਿੰਡ ਦਾ, ਜਦ ਕਿ ਸਰਕਾਰ ਕਹਿੰਦੀ ਹੈ ਟੋਬਾ ਵਗੈਰਾ ਪੰਚਾਇਤਾਂ ਜਿਹੜੀਆਂ ਲੋਕਾਂ ਨੇ ਦੱਬੀਆਂ ਹੋਈਆਂ ਨੇ ਉਹ ਅਸੀਂ ਛਡਾਉਣੀਆਂ ਨੇ। ਅਸੀਂ ਪਹਿਲ ਦੇ ਆਧਾਰ ਤੇ ਇਹ ਕਹਿੰਦੇ ਆ, ਸਾਰਾ ਪਿੰਡ ਖੜਾ ਇਹ ਵੀ ਜਿਹੜਾ ਉਹਨਾਂ ਨੇ 6-7 ਕਿੱਲਿਆਂ ਦਾ ਟੋਬਾ ਦੱਬਿਆ ਹੋਇਆ ਜੀ, ਉਹ ਛਡਾਇਆ ਜਾਵੇ। ਉਹ ਜਿਹੜਾ ਭੁਪਿੰਦਰ ਸਿੰਘ ਹੈ, ਕੋਈ ਵੀ ਕੰਮ ਨਵਾਂ ਹੁੰਦਾ ਹੈ ਜੀ, ਉਹਦੇ ਵਿੱਚ ਆਪਣਾ ਕੋਈ ਨਾ ਕੋਈ ਪੰਗਾ ਡਾਂਦਾ ਹੀ ਡਾਂਦਾ ਵੀ ਮੈਂ ਨਹੀਂ ਕਰਨ ਦਿੰਦਾ, ਐ ਨਹੀਂ ਕਰਨ ਦਿੰਦਾ। ਤੇ ਜਾ ਕੇ ਦੇਖ ਲਓ ਸਰ, ਟੋਬੇ ਦੀ ਇਹ ਤਿੰਨ ਪਾਸੇ ਤੇ ਦੀਵਾਰ ਹੋਈ ਵੀ, ਇੱਕ ਸਾਈਡ ਰੋਕੀ ਬੈਠਾ, ਤੇ ਇੱਕ ਪੰਚਾਇਤ ਘਰ ਬਣ ਰਿਹਾ ਜੀ, ਉਹ ਨਹੀਂ ਉਹ ਬਣਨ ਦਿੰਦਾ। ਹਰ ਇੱਕ ਕੰਮ 'ਚ ਜਦੋਂ ਕੋਈ ਸਰਕਾਰ ਨਵਾਂ ਕੰਮ ਕਰਦੀ ਹੈ, ਕੋਈ ਵੀ ਸਰਕਾਰ ਹੈ, ਉਹ ਪੰਗਾ ਕਰਦਾ ਹੀ ਕਰਦਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰ, ਇਹਦੇ ਵਿੱਚ ਹੁਣ ਜੇ ਇੱਥੇ ਜੇਲ੍ਹ ਬਣ ਰਹੀ ਸੀ ਜਿਵੇਂ ਆਪਾਂ ਕਹਿੰਦੇ ਆ, ਉਹ ਵੀ ਉਹਨੇ ਰੋਕਤਾ, ਤੇ ਗਰੀਬਾਂ ਨੂੰ ਜਿਹੜੇ ਪਲਾਟ ਮਿਲਣੇ ਸੀ ਉਹਨਾਂ ਦੇ ਉੱਪਰ ਉਹਨਾਂ ਦੀ ਪਾਰਟੀ ਨੇ ਇਕੱਠੇ ਹੋ ਕੇ ਕੇਸ ਪਾਤਾ। ਅਕਾਲੀ ਦਲ ਤੋਂ ਹੈ ਜੀ ਉਹ ਬੰਦੇ, ਉਹਨਾਂ ਨੇ ਕੇਸ ਪਾਤਾ ਜੀ। ਉਹ ਵਿਚਾਰੇ ਗਰੀਬਾਂ ਦੇ ਜਿਹੜੇ ਪਲਾਟ ਹੈ ਉਹਨਾਂ ਦੇ ਵੀ ਰੋਕ ਲਾਤੀ ਉਸ ਬੰਦੇ ਨੇ। ਅਸੀਂ ਚਾਹੁੰਦੇ ਵੀ ਜਿਹੜੇ ਨਵੇਂ ਹੋਰ ਪਲਾਟ ਮਿਲਣੇ ਹੈ, ਆਮ ਜਲਾਸ ਮਤਾ ਪਾ ਕੇ ਉਹ ਵੀ ਸਾਈਨ ਕਰਨ, ਅਸੀਂ ਵੀ ਸਾਈਨ ਕਰਾਂਗੇ। ਅਸੀਂ ਸਰਪੰਚ ਨੂੰ ਵੀ ਅਪੀਲ ਕਰਾਂਗੇ, ਸਰਪੰਚ ਤੋਂ ਵੀ ਕਰਾਵਾਂਗੇ, ਐਮਐਲਏ ਸਾਹਿਬ ਨੂੰ ਵੀ ਕਹਾਂਗੇ ਕਿ ਉਹਨਾਂ ਦੇ ਇੰਤਕਾਲ ਚੜਾਉਣ ਜਿਹੜੇ ਨਵੇਂ ਪਲਾਟ ਮਿਲਣੇ ਨੇ। ਤੇ ਅਸੀਂ ਆਪਣਾ ਭਗਵੰਤ ਮਾਨ ਸਾਹਿਬ ਨੂੰ ਵੀ ਰਿਕੁਐਸਟ ਕਰਾਂਗੇ, ਸਾਡੇ ਪਿੰਡ ਬਹੁਤ ਜ਼ਿਆਦਾ ਗਰੀਬ ਲੋਕ ਨੇ ਜਿਨ੍ਹਾਂ ਕੋਲ ਘਰ ਜਗ੍ਹਾ ਨਹੀਂ ਹੈਗੀ, ਜ਼ਮੀਨ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਪਲਾਟ ਵੱਧ ਤੋਂ ਵੱਧ ਮਿਲਣ। ਜਿਹੜੇ ਬੱਚੇ ਬੇਰੁਜ਼ਗਾਰ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਘਰ ਤਾਂ ਮਿਲਣ। ਸਰਕਾਰਾਂ ਕਹਿੰਦੀਆਂ ਅਸੀਂ ਘਰ ਪਾ ਕੇ ਦੇਵਾਂਗੇ। ਇੱਥੇ ਤਾਂ ਸਰ ਜਿਹੜੇ ਪਲਾਟ ਵਿਚਾਰੇ ਗਰੀਬਾਂ ਨੂੰ ਪਿੰਡ ਦੇ ਲੋਕਾਂ ਨੇ ਸਹਿਮਤ ਹੋ ਕੇ ਦਿੱਤੇ ਹੈ, ਉਹਨਾਂ ਨੂੰ ਵੀ ਢਵਾਉਣ ਨੂੰ ਫਿਰਦੇ ਆ ਉਹ ਬੰਦੇ, ਜਿਹੜਾ ਭੁਪਿੰਦਰ ਸਿੰਘ ਹੈ। ਥੈਂਕ ਯੂ ਸਰ। ਇਹ ਸੀਗੇ ਨੌਜਵਾਨ ਜੋ ਪਿੰਡ ਦੇ ਬਾਰੇ ਦੱਸ ਰਹੇ ਆ ਕਿ ਜਿਹੜੇ ਪਿੰਡ ਦੇ ਵਿੱਚ ਜ਼ਮੀਨ ਹੈ ਜਾਂ ਹੋਰ ਹੈ, ਇੱਕ ਤਾਂ ਉਹ ਜਿਹੜੀ ਕਬਜ਼ੇ ਦੇ ਵਿੱਚ ਉਹ ਛਡਾਈ ਜਾਵੇ। ਇਹਨਾਂ ਦੇ ਵੱਲੋਂ ਇਹ ਵੀ ਭਾਵੇਂ ਐਮਐਲਏ ਹੈ ਕਹਿੰਦੇ ਜਾਂ ਸੀਐਮ ਭਗਵੰਤ ਮਾਨ ਜੀ ਉਹਨਾਂ ਕੋਲ ਵੀ ਇਹ ਮੰਗ ਕਰ ਰਹੇ ਨੇ ਵੀ ਪਹਿਲਾਂ ਛਡਾਏ ਜਾਣ। ਜਿਹੜੇ ਗਰੀਬੀ ਰੇਖਾ ਦੇ ਵਿੱਚ ਨੇ, ਭਾਵੇਂ ਉਹ ਐਸਸੀ ਕੈਟਾਗਰੀ ਦੇ ਵਿੱਚ ਆਉਂਦੇ ਆ, ਭਾਵੇਂ ਕੋਈ ਮਿਡਲ ਕਲਾਸ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਜਿਹੜੀ ਬਚਦੀ ਜ਼ਮੀਨ ਹੈ ਉਹ ਉਹਨਾਂ ਦੇ ਵੰਡ ਕੀਤੀ ਜਾਵੇ। ਤੇ ਇਹ ਬਾਕੀ ਜਿਹੜੇ ਦੂਜੀ ਧਿਰ ਹੈ, ਅਸੀਂ ਉਹਨਾਂ ਦੇ ਵੀ ਅੱਜ ਜਾ ਕੇ ਬਿਆਨ ਲਵਾਂਗੇ ਵੀ ਉਹਨਾਂ ਦਾ ਪੱਖ ਕੀ ਹੈ।
ਅਸੀਂ ਹੁਣ ਆਏ ਹਾਂ ਵਿਰੋਧੀ ਧਿਰ ਜਿਹੜੇ ਇੱਥੇ ਇੱਕ ਜੇਲ੍ਹ ਦਾ ਮਸਲਾ ਚੱਲ ਰਿਹਾ ਸੀਗਾ ਕਾਫੀ ਸਮੇਂ ਤੋਂ, ਤੇ ਜਿਹੜਾ ਜੇਲ੍ਹ ਦਾ ਮਸਲਾ ਸੀਗਾ ਉਹ ਕੁਝ ਬੰਦੇ ਕਹਿੰਦੇ ਕਿ ਸਾਨੂੰ ਇਹ ਮਨਜ਼ੂਰ ਹੈ ਤੇ ਕੁਝ ਬੰਦਿਆਂ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਜੀ, ਸਾਡਾ ਨੁਕਸਾਨ ਹੁੰਦਾ ਇਹਦੇ ਨਾਲ। ਤੇ ਜਿਹੜਾ ਸਾਨੂੰ ਨੁਕਸਾਨ ਹੈ ਇਹਦੇ ਨਾਲ, ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਵੀ ਮੁੱਦਾ ਪੁੱਛਦੇ ਆ ਵੀ ਇਹ ਕੀ ਚਾਹੁੰਦੇ ਆ, ਤੇ ਇਸ ਜੇਲ੍ਹ ਦੇ ਇਹ ਦੱਸ ਰਹੇ ਵੀ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਹੈ। ਗੱਲ ਕਰਦੇ ਆ ਵਿੱਚ ਨੌਜਵਾਨ ਵੀ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਇਹ ਜਿਹੜੀ ਜੇਲ੍ਹ ਬਣਨ ਜਾ ਰਹੀ ਹੈ ਇਹ ਕਾਫੀ ਸਮੇਂ ਤੋਂ ਇੱਕ ਜਿਹੜਾ ਇਹ ਮੁੱਦਾ ਗਰਮਾ ਰਿਹਾ ਹੈ, ਤੁਸੀਂ ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ, ਮੈਂ ਇਸ ਪਿੰਡ ਦਾ ਵਸਨੀਕ ਹਾਂ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹ ਜੇਲ੍ਹ ਜੋ ਬਣ ਰਹੀ ਹੈ ਪਿੰਡ ਦੇ ਬਿਲਕੁਲ ਹੀ ਨਜ਼ਦੀਕ ਬਣਾਈ ਜਾ ਰਹੀ ਹੈ। ਇੱਥੇ ਚੈੱਕ ਪੋਸਟਾਂ ਵੀ ਬਣਨਗੀਆਂ, ਵੱਡੇ 30 ਫੁੱਟ ਦੀਆਂ ਕੰਧਾਂ ਵੀ ਹੋਣੀਆਂ, ਤੇ ਇੱਥੇ ਸਾਡੇ ਪਿੰਡ ਦੀ ਕੋਈ ਪ੍ਰਾਈਵੇਸੀ ਨਹੀਂ ਰਹੂਗੀ। ਰਾਤ ਨੂੰ ਸੈਟਲਾਈਟ ਵੀ ਵੱਜਣਗੀਆਂ ਤੇ ਆਉਣ ਜਾਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਪਾਈ ਹੋਊਗੀ। ਤੇ ਉਹ ਕਹਿੰਦੇ ਵੀ ਇੱਥੇ ਪਿੰਡ ਦੀ ਇੱਕ ਪਾਸੇ ਸਿਕਿਉਰਿਟੀ ਵੀ ਹੋਈ ਜਾਊਗੀ, ਜਿੱਦਾਂ ਉਹਨਾਂ ਨੇ ਕਿਹਾ ਬੜੈਲ ਜ਼ਿਲ੍ਹਾ ਸ਼ਹਿਰ ਦੇ ਵਿੱਚ ਹੈ, ਭਾਵੇਂ ਉਹ ਬੜੈਲ ਹੈ ਤੇ ਪਟਿਆਲਾ ਹੈ, ਅੰਬਾਲਾ ਹੈ, ਨਾਭਾ ਹੈ। ਉਹਨਾਂ ਨੇ ਦੱਸਿਆ ਕਿ ਉੱਥੇ ਤਾਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ। ਕਹਿੰਦਾ ਫਿਰ ਇੱਥੇ ਕਾਹਦੀ ਦਿੱਕਤ ਹੈ? ਦੇਖੋ, ਤੁਸੀਂ ਬੜੈਲ ਦੀ ਗੱਲ ਕਰੀਏ, ਬੜੈਲ ਪਿੰਡ ਕਿੱਥੇ ਹੈ ਜੀ, ਤੁਸੀਂ ਆਪ ਜਾਣਦੇ ਹੋ। ਤੇ ਜਿਹੜੀ ਜੇਲ੍ਹ ਬਣਾਈ ਹੋਈ ਹੈ ਉਹ ਕਿੰਨੀ ਦੂਰ ਪਿੰਡ ਤੋਂ ਬਣਾਈ ਗਈ ਹੈ, ਅੱਜ ਜੋ ਕਿ ਮੋਹਾਲੀ ਦੇ ਸਾਈਡ 'ਚ ਆ ਜਾਂਦੀ ਹੈ। ਬੜੈਲ ਜੇਲ੍ਹ ਦੀ ਵੀ ਇੱਕ ਸਾਈਡ ਤੁਸੀਂ ਦੇਖਿਓ ਬਿਲਕੁਲ ਖਾਲੀ ਪਈ ਹੈ, ਦੂਜੀ ਸਾਈਡ YPS ਨਾਰਮਲ ਸਕੂਲ ਹੈ, ਤੀਜੀ ਸਾਈਡ ਉਹਦੀ ਆਪਣੀ ਪਾਰਕ ਹੈ, ਤੇ ਚੌਥੀ ਸਾਈਡ ਛੋਟੀ ਜਿਹੀ ਸੁਸਾਇਟੀ ਬਣੀ ਹੋਈ ਹੈ ਜੋ ਕਿ ਸਾਡਾ ਪਿੰਡ ਦੇ ਕਰੀਬ ਹੈ, ਪਿੰਡ ਵਾਂਗੂ ਹੈ। ਸੋ ਮੇਨ ਗੱਲ ਇਹ ਹੈ ਜੀ, ਉੱਥੇ ਤਾਂ ਬਾਥਰੂਮਾਂ ਤੇ ਘਰਾਂ ਤੇ ਛੱਤਾਂ ਵੀ ਹਨ, ਤੇ ਇੱਥੇ ਜਿਹੜੇ ਗਰੀਬ ਪਰਿਵਾਰਾਂ ਨੂੰ ਮਕਾਨ ਦੇ ਗਏ ਹੈ, ਪਲਾਟ ਦੇ ਗਏ ਹੈ। ਬਿਲਕੁਲ ਇਹ ਜਗ੍ਹਾ ਹੈ, ਤੁਸੀਂ ਦੇਖ ਸਕਦੇ ਹੋ, ਇੱਥੇ ਪਲਾਟ ਦੇ ਗਏ, ਇੱਥੇ ਜੇਲ੍ਹ ਹੈ। ਇਹ 17 ਏਕੜ ਜੇਲ੍ਹ ਇੱਥੇ ਤੱਕ ਹੈ, ਜਦ ਕਿ 25 ਏਕੜ ਮੰਗੀ ਗਈ ਹੈ। ਤਾਂ ਇਹ ਇਸ ਲਾਈਨ 'ਚ ਤੁਸੀਂ ਦੇਖ ਰਹੇ ਹੋ ਇੱਥੇ ਤੱਕ ਆ ਜਾਣੀ ਹੈ, ਤੇ ਇੱਥੇ ਪਲਾਟ ਹੈ। ਬਿਲਕੁਲ ਵੀ ਪ੍ਰਾਈਵੇਸੀ ਨਹੀਂ ਰਹੂਗੀ, ਬਹੁਤ ਮੁਸ਼ਕਿਲ ਰਹਿਣਾ ਪਿੰਡ ਦਾ, ਬਹੁਤ ਮੁਸ਼ਕਿਲ ਹੋ ਜਾਊਗਾ। ਤੇ ਦੂਜਾ ਨੰਬਰ, ਸਾਡੇ ਪਿੰਡ ਦੇ ਜਵਾਕ ਪੜ੍ਹਨ ਵੀ ਜਾਣਗੇ, ਸਭ ਕੁਝ ਹੋਊਗਾ, ਤੇ ਆਪਣਾ ਬਿਲਕੁਲ ਸਰਕਾਰੀ ਸਕੂਲ ਵੀ ਜਿਹੜਾ ਸਾਡੇ ਪਿੰਡ ਦਾ ਹੈਗਾ ਉਹ ਵੀ ਬਹੁਤ ਨਜ਼ਦੀਕ ਪਾਇਆ ਜਾ ਰਿਹਾ। ਇਸ ਕਰਕੇ ਇੱਥੇ ਰਹਿਣ ਦੀ ਬਹੁਤ ਜ਼ਿਆਦਾ ਦਿੱਕਤ ਹੋ ਜੂਗੀ। ਇੱਕ ਤਰ੍ਹਾਂ ਸਾਨੂੰ ਪਿੰਡ ਛੱਡ ਕੇ ਜਾਣਾ ਪੈਣਾ। ਤੁਸੀਂ ਕੀ ਕਹਿਣਾ? ਅਸੀਂ ਯੂਥ ਤੋਂ ਵੀ ਪੁੱਛਦੇ ਹਾਂ ਵੀ ਉਹ ਕਹਿੰਦੇ ਵੀ ਇੱਥੇ ਰੁਜ਼ਗਾਰ ਵੀ ਮਿਲੂਗਾ। ਨਹੀਂ, ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ। ਦੇਖੋ, ਰੁਜ਼ਗਾਰ, ਸਾਡੀ 25 ਸਾਲ ਉਮਰ ਹੋ ਗਈ, ਅਸੀਂ ਬਹੁਤ ਸਟਰਗਲ ਕਰਿਆ ਜੀ। ਅਸੀਂ ਫਾਰਮ ਭਰ ਕੇ ਦੇਖ ਲਈ, ਅਸੀਂ ਸਾਡੀ ਮੈਰਿਟਾਂ 'ਚ ਨਾਮ ਆਉਂਦਾ ਜੀ, ਬਾਅਦ 'ਚ ਨਿਕਲ ਜਾਂਦਾ ਜੀ। ਹੁਣ ਪੰਜਾਬ ਸਰਕਾਰ ਨੇ ਕਿੰਨੀਆਂ ਨੌਕਰੀਆਂ ਕੱਢੀਆਂ ਸੀ, ਪਹਿਲੀ ਗੱਲ ਤਾਂ ਉਹ ਸਿਰੇ ਨਹੀਂ ਚੜ੍ਹਦੀਆਂ। ਅਗਰ ਚੜ੍ਹ ਵੀ ਜਾਂਦੀਆਂ ਤਾਂ ਸਾਡਾ ਮੈਰਿਟ 'ਚ ਨਾਮ ਆਉਂਦਾ ਜੀ, ਬਾਅਦ 'ਚ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ। ਇਹ ਹੁਣ ਦੂਜੀ ਗੱਲ ਹੈ ਜੀ, ਰੁਜ਼ਗਾਰ। ਹੁਣ ਇਹ ਪਿੰਡ 'ਚ ਵੀ ਕਹਿੰਦੇ ਸਾਨੂੰ ਪਿੰਡ ਵਾਲਿਆਂ ਨੂੰ ਰੁਜ਼ਗਾਰ ਮਿਲੂਗਾ। ਹੁਣ ਅੰਦਰ ਇੱਥੇ ਦੀ ਇਹਨਾਂ ਨੂੰ ਕਿੰਨੀ ਕੁ ਵੱਡੀ ਨੌਕਰੀ ਦੇ ਦੂੰ ਜੀ, 15,000 ਦੀ ਦੇ ਦੂੰਗੇ, 10,000 ਦੀ ਦੇ ਦੂੰਗੇ। ਹੁਣ ਇਹ ਸਾਡੇ ਪਿੰਡ ਦੇ ਸਰਪੰਚ ਦੀ ਇੰਨੀ ਨੀਵੀਂ ਸੋਚ ਹੋ ਗਈ ਜੀ, ਚਾਹੇ ਉਹ ਪਿੰਡ ਦੇ ਹੋਰ ਵੀ ਬੰਦੇ ਜਿਹੜੇ ਕਹਿੰਦੇ ਸਾਨੂੰ ਰੁਜ਼ਗਾਰ ਮਿਲੂਗਾ, ਉਹ ਉਹਨਾਂ ਨੂੰ ਸਾਡੇ ਪਿੰਡ ਦੇ ਬੰਦਿਆਂ ਨੂੰ ਉੱਪਰ ਨਹੀਂ ਜਾਣ ਦੇਣਾ ਚਾਹੁੰਦੇ ਹੈ। ਕਿਉਂ ਬਈ ਸਾਡਾ ਪਿੰਡ ਦਾ ਕੋਈ ਨੀਵੇਂ SC BC ਕੋਈ ਵੀ ਨੀਵੇਂ ਪਰਿਵਾਰ ਦਾ ਮੁੰਡਾ ਕੋਈ ਸਰਕਾਰੀ ਅਫਸਰ ਨਹੀਂ ਬਣ ਸਕਦਾ, ਕੋਈ ਬੜੇ ਅਹੁਦੇ 'ਤੇ ਨਹੀਂ ਜਾ ਸਕਦਾ। ਇਹ ਇਹਨਾਂ ਦੀ ਮਾਨਸਿਕਤਾ ਇੰਨੀ ਘੱਟ ਹੋ ਗਈ ਨਾ, ਇਹ ਚੀਜ਼ਾਂ, ਇਹ ਵਾਰ-ਵਾਰ ਇਹੀ ਚੀਜ਼ ਕਹਿੰਦੇ ਵੀ ਰੁਜ਼ਗਾਰ ਮਿਲੂਗਾ। ਪਹਿਲੀ ਗੱਲ ਤਾਂ ਰੁਜ਼ਗਾਰ ਦੀ ਦੇਖੋ ਜੀ ਲੋੜ ਨਹੀਂ ਹੈ ਸਾਡੇ ਪਿੰਡ ਨੂੰ। ਰੁਜ਼ਗਾਰ ਦੇਖੋ, ਅਗਰ ਦੇਣਾ ਹੈ ਤਾਂ ਚੰਗੀ ਚੀਜ਼ ਦਾ ਦਿਓ। ਜੇਲ੍ਹ 'ਚ ਕੀ ਰੁਜ਼ਗਾਰ ਦੇ ਦੋਗੇ? ਜੇਲ੍ਹ 'ਚ ਤਾਂ ਕੈਦੀ ਬਹੁਤ ਹੈ, ਉਹਨਾਂ ਨੇ ਕੈਦੀਆਂ ਤੋਂ ਕੰਮ ਕਰਾ ਲੈਣਾ। ਕੈਦੀਆਂ ਨੂੰ ਦਿੰਦੇ ਹੀ ਉਹ ਆਪਣਾ ਦਿਹਾੜੀ ਮਿਲਦੀ ਹੈ ਕੈਦੀਆਂ ਨੂੰ, ਕੈਦੀਆਂ ਤੋਂ ਕੰਮ ਕਰਾਉਂਦੇ। ਕਿੰਨੇ ਕੁ ਬੰਦੇ ਤੁਸੀਂ ਪੁਲਿਸ ਵਾਲੇ ਤਾਂ ਪੁਲਿਸ ਦੀ ਨੌਕਰੀ ਤਾਂ ਕਰਾਉਣ ਤੋਂ ਰਹੇ। ਜਿਹੜੇ ਬੰਦੇ ਸਾਡੇ ਪਿੰਡ 'ਚ ਅਧਰੰਗ ਦੇ ਮਰੀਜ਼ ਹੈ ਜਾਂ ਕੋਈ ਅਪੰਗ ਜਿਹਦੇ ਆਪਣਾ ਸਰੀਰ 'ਤੇ ਕੋਈ ਅੰਗ ਕੱਟਿਆ ਹੋਇਆ ਹੈ, ਉਹਨੂੰ ਕਿੱਦਾਂ ਨੌਕਰੀ ਦੇ ਦੂੰਗੇ ਤੁਸੀਂ? ਇਸ ਚੀਜ਼ ਦਾ ਵੀ ਸਰਪੰਚ ਸਾਹਿਬ ਸਾਨੂੰ ਜਵਾਬ ਦੇਣ। ਦੂਜੀ ਗੱਲ ਹੈ ਜੀ, ਇਹ ਕਹਿਣ ਦੀਆਂ ਗੱਲਾਂ। ਦੇਖੋ, ਨੌਕਰੀ ਦਾ ਅੱਜ ਤੱਕ ਜਿੰਨੇ ਸਾਨੂੰ ਪਤਾ ਹੀ, ਦੇਖੋ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲਾਂ ਟੈਂਕੀ 'ਤੇ ਚੜ੍ਹੇ ਹੋਏ ਅਧਿਆਪਕਾਂ ਨੂੰ ਕਿਹਾ ਸੀ ਵੀ ਸਾਨੂੰ ਸਾਡੀ ਸਰਕਾਰ ਬਣ ਦਿਓ, ਅਸੀਂ ਤੁਹਾਨੂੰ ਨੌਕਰੀਆਂ ਦੇ ਦਾਂਗੇ। ਹਾਲੇ ਤੱਕ ਉਹਨਾਂ ਦਾ ਕੁਝ ਨਹੀਂ ਬਣਿਆ ਜੀ। ਉਹ ਹਲੇ ਵੀ ਉੱਦਾਂ ਹੀ ਸੰਘਰਸ਼ ਕਰ ਰਹੇ ਹੈ। ਇਹ ਤਾਂ ਕਹਿਣ ਦੀਆਂ ਗੱਲਾਂ ਹੋ ਗਈਆਂ, ਸਾਨੂੰ ਕਿੱਥੇ ਨੌਕਰੀ ਦੇ ਦੂੰਗੇ ਜੀ। ਇੱਕ ਕਹਿੰਦੇ ਵੀ ਤੁਸੀਂ ਮੰਗ ਰੱਖੀ ਹੋਊਗੀ ਕਿ ਇੱਥੇ ਯੂਨੀਵਰਸਿਟੀ ਬਣਾਈ ਜਾਵੇ ਜਾਂ ਕੋਈ ਸਕੂਲ ਅਪਗ੍ਰੇਡ ਕੀਤਾ ਜਾਵੇ, ਵੱਡਾ ਕੀਤਾ ਜਾਵੇ, ਜਾਂ ਹੋਰ ਹਸਪੀਟਲ ਬਣਾਇਆ ਜਾਵੇ। ਤੁਸੀਂ ਉਹ ਕਹਿੰਦੇ ਕਿ ਸਾਡੇ ਕੋਲ ਥਾਂ ਕਾਫੀ ਪਈ ਹੈ, ਜੇ ਉਹ ਚਾਹੁੰਦੇ ਹੈ ਤਾਂ ਸਾਡੇ ਕੋਲ ਅਸੀਂ ਹੋਰ ਥਾਂ ਮਤਾ ਪਾ ਕੇ ਦੇਣ ਨੂੰ ਤਿਆਰ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ? ਤੇ ਉਹਦੇ ਵਿੱਚ ਵੀਰ ਜੀ ਇੱਕ ਗੱਲ ਆ, ਇੱਥੇ ਦੇ ਦਿਓ ਫਿਰ ਯੂਨੀਵਰਸਿਟੀ ਇਹ ਕਾਲਜ ਨੂੰ। ਇੱਥੇ ਪਿੰਡ ਦੇ ਨੇੜੇ ਕਿਉਂ ਜੇਲ੍ਹ ਦੇਣੀ ਆ? ਇੱਥੇ ਦਿਓ ਨਾ ਫਿਰ ਕਾਲਜ ਜਾਂ ਜੇਲ੍ਹ ਤੁਸੀਂ ਹੋਰ ਸਾਈਡ ਲੈ ਕੇ ਜਾਓ। ਗੱਲ ਤਾਂ ਇਹ ਆ ਨਾ, ਐਸ ਕੈਮਰਾ ਮਾਰ ਕੇ ਦੇਖੋ, ਨਾਲ ਹੀ ਸਕੂਲ ਆ। ਕੋਈ ਅਪਰਾਧੀ ਉੱਥੇ ਜਾ ਕੇ ਬੱਚਿਆਂ ਦੇ ਕੋਲੇ ਵੜ ਗਿਆ, ਉਹਦੇ ਵਿੱਚ ਕੀ ਕਰੋਗੇ? ਇੱਥੇ ਗੋਲੀਬਾਰੀ ਵੀ ਹੋਣੀ ਆ, ਸਭ ਕੁਝ ਹੋਣਾ ਆ। ਬੱਚਿਆਂ 'ਤੇ ਕੀ ਪ੍ਰਭਾਵ ਪਊਗਾ ਜੀ? ਅਸੀਂ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦੇ ਆ ਬਾਈ ਜੀ। ਅਸੀਂ ਉਹਨਾਂ ਦੀ ਲਾਈਨ 'ਤੇ ਚੱਲਣ ਵਾਲੇ ਹਾਂ, ਅਸੀਂ ਇਹਨਾਂ ਗੈਂਗਸਟਰਾਂ ਦੇ ਵਿੱਚ ਵੜਨ ਵਾਲੇ ਨਹੀਂ ਹੈਗੇ। ਜੇ ਇਹ ਸਰਕਾਰਾਂ ਚਾਹੁੰਦੀਆਂ, ਇਹ ਸਰਪੰਚ ਸਾਹਿਬ ਚਾਹੁੰਦੇ ਆ, ਤਾਂ ਅਸੀਂ ਉਹਨਾਂ ਲਾਈਨਾਂ 'ਚ ਜਾਵਾਂਗੇ। ਅਸੀਂ ਫਿਰ ਸਾਨੂੰ ਬਾਹਰ ਵੀ ਜਾਣਾ ਪਊਗਾ।
ਤੇ ਇੱਕ ਮੁੱਦਾ ਗਰਮਾਰਿਆ ਸੀਗਾ, ਕਹਿੰਦੇ ਵੀ ਇੱਕ ਪੰਚਾਇਤ ਘਰ ਹੋ ਗਿਆ, ਉਹ ਵੀ ਉਹਨਾਂ ਨੇ ਰੋਕਿਆ ਹੋਇਆ ਜੀ ਕਹਿੰਦੇ, ਤੇ ਦੂਜਾ ਇੱਕ ਹੋਰ ਕੋਈ ਟੋਬੇ ਦਾ ਦੱਸ ਰਹੇ ਹੋ ਝਗੜਾ, ਉਹਦੇ ਬਾਰੇ ਚ ਕੀ ਕਹਿਣਾ ਚਾਹੁੰਦੇ? ਦੇਖੋ ਰਹੀ ਤਾਂ ਗੱਲ ਜਿਹੜੀ ਪੰਚਾਇਤ ਘਰ ਦੀ ਹੈ, ਉਹ ਸਾਹਮਣੇ ਤੁਸੀਂ ਪਿੱਛੇ ਕੈਮਰਾ ਵੀ ਘੁਮਾ ਸਕਦੇ ਹੋ, ਪੰਚਾਇਤ ਘਰ ਬਣਿਆ ਹੋਇਆ ਪਰ ਉਹਦੀ ਮੁਰੰਮਤ ਨਹੀਂ ਕਰੀ, ਜਾਣ ਬੁੱਝ ਕੇ ਦੂਜਾ ਬਣਾਇਆ ਜਾ ਰਿਹਾ, ਸਰਕਾਰ ਦਾ ਪੈਸਾ ਵੇਸਟ ਹੋ ਰਿਹਾ। ਰਹੀ ਗੱਲ ਟੋਬੇ ਦੀ, ਟੋਬੇ ਦਾ ਵਿੱਚ ਅਸੀਂ ਸਾਡੇ ਚੋਂ ਕਿਸੇ ਨੂੰ ਵੀ ਪੁੱਛ ਲਓ, ਨਾ ਸਾਡਾ ਇਨਵੋਲਵ ਹੈ ਇਹਦੇ ਵਿੱਚ ਕੁਝ, ਨਾ ਅਸੀਂ ਦੱਬਿਆ, ਨਾ ਅਸੀਂ ਛਡਾਇਆ, ਨਾ ਅਸੀਂ ਕਿਸੇ ਦੇ ਵਿੱਚ ਹੈ। ਸਾਡਾ ਮੁੱਦਾ ਇੱਕ ਹੀ ਹੈ, ਜੇਲ੍ਹ। ਅਸੀਂ ਜੇਲ੍ਹ ਰੋਕਣਾ ਚਾਹੁੰਦੇ ਹਾਂ, ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਭਾਵੇਂ ਤੁਸੀਂ, ਮੇਰਾ ਨਾਮ ਮੁਖਤਿਆਰ ਸਿੰਘ ਹੈ, ਕਿਤੇ ਵੀ ਜਾ ਕੇ ਤੁਸੀਂ ਸਰਚ ਕਰਦੇ ਹੋ, ਕਿਸੇ ਕੇਸ ਤਾਂ ਵੀ ਅੱਜ ਤੱਕ ਕੋਈ ਕਿਸੇ ਨਾਲ ਗਰੀਬ ਮਾਰ ਕੇ ਜਾਂ ਦੱਬਿਆ। 18 ਸਾਲ ਹੋ ਗਏ, 17 ਹਾਈ ਕੋਰਟ ਕੇਸ ਚੱਲ ਰਿਹਾ, ਉਹਦਾ ਦੇਖੋ ਗਵਰਨਮੈਂਟ ਨੇ ਕਰਨਾ ਆ, ਕੀ ਕਰਨਾ ਆ ਹੁਣ। ਇਸ ਦਾ ਮਤਲਬ ਹਾਈ ਕੋਰਟ ਨੂੰ ਵੀ ਕੁਝ ਨਹੀਂ ਮੰਨਦੇ, ਮਾਣਯੋਗ ਹਾਈ ਕੋਰਟ ਨੂੰ ਕੁਝ ਨਹੀਂ ਮੰਨਦੇ। ਉੱਥੇ ਕੇਸ ਚੱਲ ਰਿਹਾ, ਉਹ ਤਾਂ ਜੋ ਕੋਰਟ ਕਰੂਗੀ ਉਹਨਾਂ ਨਾਲ ਹੋ ਜਾਊਗਾ ਜਿਨ੍ਹਾਂ ਨੇ ਉਹ ਕਰਿਆ ਹੋਇਆ ਆ। ਇਹ ਜੇਲ੍ਹ ਦੇ ਮਤਲਬ ਅਸੀਂ ਤਾਂ ਆਪਣੇ ਫਿਊਚਰ ਦੀ ਗੱਲ ਕਰ ਰਹੇ ਹਾਂ ਵੀਰੇ, ਸਾਨੂੰ ਹੋਰ ਮਸਲਿਆਂ ਦੀ ਗੱਲ ਨਹੀਂ ਹੈਗੀ, ਅਸੀਂ ਆਪਣੇ ਫਿਊਚਰ ਸੇਵ ਕਰਨਾ ਆ। ਇਹ ਤਾਂ ਗੁੰਮਰਾਹ ਕਰ ਰਹੇ ਆ, ਇਹ ਤਾਂ ਇੱਕ ਗੁੰਮਰਾਹ ਕਰ ਇਹ ਗੱਲ ਕਹਿ ਕੇ ਨਾ, ਟੋਬੇ ਦੀ ਕਹਿ ਕੇ ਔਰ ਪੰਚਾਇਤੀ ਘਰ ਦੀ ਕਹਿ ਕੇ ਇਹ ਗੁੰਮਰਾਹ ਕਰ ਰਹੇ ਆ ਪਿੰਡ ਦੇ ਲੋਕਾਂ ਨੂੰ, ਠੀਕ ਹੈ ਜੀ। ਵੀ ਇਹਨਾਂ ਦਾ ਧਿਆਨ ਉਧਰ ਵੱਲ ਭਟਕਾਇਆ ਜਾਵੇ ਤੇ ਜੇਲ੍ਹ ਵੱਲ ਤੋਂ ਹਟਾਇਆ ਜਾਵੇ, ਠੀਕ ਹੈ ਜੀ ਇਹਨਾਂ ਦਾ। ਤੇ ਦੂਜੀ ਗੱਲ ਜਿਹੜੀ ਸਰਪੰਚ ਸਾਹਿਬ ਕਹਿੰਦੇ ਆ ਵੀ ਰੁਜ਼ਗਾਰ ਦੇਵਾਂਗੇ, ਸਰਪੰਚ ਸਾਹਿਬ ਨੂੰ 15 ਸਾਲ ਹੋ ਜਾਣੇ ਸਰਪੰਚ ਬਣੇ ਨੂੰ ਪਿੰਡ ਦਾ, ਆਪਣਾ ਮੁੰਡਾ ਤੈਨੂੰ ਸਰਕਾਰੀ ਨੌਕਰੀ ਲਵਾਈ ਨਹੀਂ ਗਿਆ ਜੀ, ਠੀਕ ਹੈ। ਘਰ ਦਾ ਮੰਤਰੀ ਸੀ ਬਲਵੀਰ ਸਿੰਘ ਸਿੱਧੂ, ਇਹਨਾਂ ਨਾਲ ਘਰ 'ਚ ਉੱਠਣੀ ਬੈਠਣੀ, ਠੀਕ ਹੈ ਜੀ, ਇੱਕ ਥਾਲੀ 'ਚ ਖਾਣਾ ਪੀਣਾ, ਉਹ ਆਪਣਾ ਮੁੰਡਾ ਤੈਨੂੰ ਸਰਕਾਰੀ ਨੌਕਰੀ ਲਵਾਈ ਨਹੀਂ ਗਿਆ। ਇਹ ਪਿੰਡ ਦੇ ਲੋਕਾਂ ਨੂੰ ਕਿੱਥੋਂ ਰੁਜ਼ਗਾਰ ਦੇ ਦੂੰਗੇ ਜੀ? ਥੋੜੀ ਮੈਂ ਗੱਲ ਕਹਿਣਾ ਚਾਹੁੰਦਾ ਜੀ, ਤੁਸੀਂ ਚਾਹੇ ਪੁੱਛ ਵੀ ਲਿਓ, ਸਾਡੇ ਪਿੰਡ ਦੇ ਨਾ ਇਹਨਾਂ ਨੇ ਬਲਵੀਰ ਸਿੱਧੂ ਦੇ ਸਾਡੇ ਪਿੰਡ ਦੇ ਨਾ ਲਾਇਬ੍ਰੇਰੀ 'ਚ 10-15 ਮੁੰਡੇ ਲਵਾਏ ਸੀ, ਸ਼ਾਇਦ ਇੱਥੇ 1-2 ਮੁੰਡਾ ਹੋਏ ਵੀ ਉਹਨਾਂ 'ਚੋਂ, ਤੁਸੀਂ ਚਾਹੇ ਦੁਬਾਰੇ ਪੁੱਛ ਵੀ ਸਕਦੇ ਹੋ ਉਹਨਾਂ ਤੋਂ। ਉਹ ਮੁੰਡਿਆਂ ਨੂੰ ਜੀ ਇਹਨਾਂ ਨੇ ਨੌਕਰੀ ਤੇ ਲਵਾਇਆ, ਸਿਰਫ 8 ਜਾਂ 10 ਹਜ਼ਾਰ ਸੈਲਰੀ ਜੀ ਉੱਥੇ ਆਪਣਾ ਲਾਇਬ੍ਰੇਰੀ ਦੇ ਵਿੱਚ। ਉਹਨਾਂ ਨੂੰ ਜੀ 3-4 ਮਹੀਨੇ ਬਾਅਦ ਉਹਨਾਂ ਨੂੰ ਕੱਢਤਾ ਜੀ ਲਾਇਬ੍ਰੇਰੀ ਦੇ ਵਿੱਚੋਂ, ਬਈ ਸਾਡੇ ਕੋਲ ਮੁੰਡੇ ਪਤਾ ਨਹੀਂ ਉੱਥੇ ਕੀ ਪ੍ਰੋਬਲਮ ਹੋਈ, ਉਹਨਾਂ ਦੀ ਸੈਲਰੀਆਂ ਵੀ ਬਹੁਤ ਮੁਸ਼ਕਿਲ ਨਾਲ ਪਾਈ ਹੈ ਜੀ, ਉਹਨਾਂ ਮੁੰਡਿਆਂ ਨੂੰ ਪਤਾ ਹੀ ਕਿੰਨੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਜੀ। ਇਹ ਚੀਜ਼ਾਂ ਜੀ ਇਹ ਸਰਕਾਰਾਂ ਤੇ ਦੇਖੋ, ਸਰਕਾਰ ਨੌਕਰੀ ਦੇ ਉਹ ਅਲੱਗ ਗੱਲ ਹੈ, ਪਰ ਸਰਪੰਚ ਸਾਹਿਬ ਜਿਹੜੀ ਚੀਜ਼ ਕਹਿੰਦੇ ਆ ਨਾ, ਇਹ ਕਹਿਣ 'ਚ ਤਾਂ ਸੌਖੀ ਲੱਗਦੀ ਹੈ ਪਰ ਹੁੰਦੀ ਨਹੀਂ ਹੈ ਜੀ ਇਹ ਚੀਜ਼। ਇਹ ਸਾਨੂੰ ਵੀ ਪਤਾ ਹੈ, ਦੇਖੋ ਅਸੀਂ ਵੀ ਸਟਰਗਲ ਕਰਿਆ ਜੀ ਬਹੁਤ ਨੌਕਰੀਆਂ ਬਾਰੇ, ਸਾਨੂੰ ਵੀ ਪਤਾ ਜੀ। ਦੇਖੋ ਆਪ ਅਗਰ ਨੌਕਰੀ ਲੱਗਿਆ ਹੋਏ ਜੀ ਬੰਦਾ, ਬਈ ਹਾਂ ਸਰਕਾਰ ਨੇ ਜੀ ਮੈਨੂੰ ਨੌਕਰੀ ਲਵਾਇਆ ਹੈ, ਮੈਂ ਮਿਹਨਤ ਕਰਕੇ ਅੱਗੇ, ਮਿਹਨਤ ਅਸੀਂ ਵੀ ਕਰਦੇ ਹਾਂ ਜੀ, ਸਾਨੂੰ ਤਾਂ ਕਿਸੇ ਨੇ ਅੱਜ ਤੱਕ ਨਹੀਂ ਸਾਡੀ ਬਾਂਹ ਨਹੀਂ ਫੜੀ ਸਰਕਾਰ ਨੇ। ਵਧੀਆ ਗੱਲ ਹੈ ਅਗਰ ਸਾਡੇ ਮੁੰਡੇ ਬਾਹਰ ਜਾ ਕੇ ਨੌਕਰੀ ਕਰਨ, ਅਫਸਰ ਬਣਨ। ਇੱਥੇ ਕੋਈ ਅਫਸਰ ਨਹੀਂ ਜੀ ਬਣਾਉਣਾ ਇਹਨਾਂ ਨੇ, ਇੱਥੇ ਉਹੀ ਗਰੁੱਪ ਡੀ ਦੀ ਨੌਕਰੀ ਦਊਂਗੇ ਜੀ। ਇਹ 8000 ਸੈਲਰੀ, 10000, 12000, 15000 ਵੱਧ ਤੋਂ ਵੱਧ ਜੀ। ਹੁਣ 15000 'ਚ ਕੌਣ ਆਪਣਾ ਘਰ ਚਲਾਊਗਾ ਵੀਰ ਜੀ, ਤੁਸੀਂ ਇਹ ਚੀਜ਼ ਦੱਸੋ ਸਾਨੂੰ। ਦੂਜੀ ਗੱਲ, ਸਾਡੇ ਜ਼ਿਆਦਾਤਰ ਜੀ ਪਿੰਡ ਦੇ ਮੁੰਡੇ ਜੀ, ਅਸੀਂ ਵੀ ਦੁੱਧ ਦਾ ਕੰਮ ਕਰਦੇ ਹਾਂ ਜੀ, ਇੱਥੇ ਸਾਡੇ ਪਸ਼ੂ ਚਰਦੇ ਹਾਂ ਇਸ ਜ਼ਮੀਨ 'ਚ। ਪਸ਼ੂਆਂ ਨੂੰ ਅਸੀਂ ਕਿੱਥੇ ਲੈ ਕੇ ਜਾਵਾਂਗੇ ਅਗਰ ਇੱਥੇ ਜੇਲ੍ਹ ਬਣ ਗਈ? ਸਾਡਾ ਦੁੱਧ ਦਾ ਰੁਜ਼ਗਾਰ, ਇਹ ਦੇਖੋ, ਇਹ ਇੱਕ ਪਾਸੇ ਦਾ ਇਹ ਪਿੰਡ ਨੂੰ ਰੁਜ਼ਗਾਰ ਦੇਣ ਦੀ ਗੱਲ ਕਰ ਰਹੇ ਹੈ, ਦੂਜੇ ਪਾਸੇ ਇਹ ਕਹਿ ਰਹੇ ਵੀ ਅਸੀਂ ਰੁਜ਼ਗਾਰ ਤੁਹਾਡਾ ਖੋਹ ਲੈਣਾ। ਇਹ ਤਾਂ ਕੋਈ ਇਨਸਾਫ ਵਾਲੀ ਗੱਲ ਹੀ ਨਹੀਂ ਨਾ ਹੋਈ। ਅਗਰ ਤੁਸੀਂ ਰੁਜ਼ਗਾਰ ਦੇਣਾ ਚਾਹੁੰਦੇ ਹੋ ਤਾਂ ਕੋਈ ਚੰਗੀ ਚੀਜ਼ ਲੈ ਕੇ ਆਓ ਪਿੰਡ 'ਚ। ਸਾਡੇ ਪਿੰਡ 'ਚ ਇਹ ਦੇਖ ਲਓ ਜੀ, ਸਕੂਲ ਬਣਿਆ ਹੋਇਆ ਜੀ, 15 ਸਾਲ ਇਹਨੂੰ ਸਰਪੰਚੀ ਕਰਦੇ ਨੂੰ ਹੋ ਗਏ, ਇੱਕ ਕਮਰਾ ਨਹੀਂ ਅੱਜ ਤੱਕ ਜੀ ਇਹਦਾ ਆਪਣਾ ਸਕੂਲ ਦਾ ਬਣਿਆ। ਟੈਂਕੀ ਜੀ ਹੁਣ ਸਰਦਾਰ ਕੁਲਵੰਤ ਸਿੰਘ ਦੇ ਕਹਿਣੇ ਤੇ ਟੈਂਕੀ ਚੱਲੀ ਹੈ ਜੀ, ਬਹੁਤ ਮੁਸ਼ਕਲ ਨਾਲ, ਟਰਾਂਸਫਾਰਮ ਨਹੀਂ ਇਹਨਾਂ ਤੋਂ ਰਖਾਇਆ ਗਿਆ ਜੀ। ਬਲਵੀਰ ਸਿੱਧੂ ਆਪਣਾ ਜ਼ਿਲ੍ਹੇ ਦੇ ਮੋਹਾਲੀ ਦੇ ਮੰਤਰੀ ਵੀ ਰਹੇ ਹੈ, ਬਕਾਇਦਾ ਹੀ ਅਸੀਂ MLA ਸਾਹਿਬ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਡੀ ਬਾਂਹ ਫੜੀ ਹੋਈ ਹੈ। ਉਹਨਾਂ ਨੇ ਕੱਲ੍ਹ ਵੀ ਇਹੀ ਬਿਆਨ ਦਿੱਤਾ ਹੈ ਵੀ ਹਾਂ ਇਹਨਾਂ ਨਾਲ ਧੱਕਾ ਹੋਇਆ, ਵੀ ਉਹ ਸਾਡੇ ਪਿੰਡ 'ਚ ਦੇਖ ਕੇ ਵੀ ਗਏ ਆ ਵੀ ਹਾਂ ਤੁਹਾਡੇ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਇਹ ਜੇਲ੍ਹ। ਉਹ ਵੀ ਇਹੀ ਚਾਹੁੰਦੇ ਆ ਵੀ ਹਾਂ ਤੁਹਾਡੀ ਜੇਲ੍ਹ ਕਿਸੇ ਹੋਰ ਜਗ੍ਹਾ ਸ਼ਿਫਟ ਕਰੀ ਜਾਵੇ। ਇੱਕ ਹੋਰ ਗੱਲ ਹੈ ਜੀ, ਇਹ ਅਗਰ ਮੰਤਰੀ ਧਾਲੀਵਾਲ ਸਾਹਿਬ ਹੈ ਜੀ, ਜੇਲ੍ਹ ਮੰਤਰੀ ਆਪਣਾ ਬੈਂਸ ਸਾਹਿਬ ਹੋ ਗਏ, ਤੁਸੀਂ ਸਾਡਾ MLA ਹੈ ਜੀ ਸਰਦਾਰ ਕੁਲਵੰਤ ਸਿੰਘ, ਸਾਡੇ ਲਈ ਤਾਂ ਉਹੀ ਆਪਣੇ ਮੰਤਰੀ ਹੈ ਜੀ। ਤੁਸੀਂ ਉਹਨਾਂ ਤੋਂ ਵੀ ਇੱਕ ਵਾਰੀ ਪੁੱਛ ਸਕਦੇ ਸੀ ਵੀ ਹਾਂ ਕੁਰੜੇ ਦੀ ਇਹ ਪ੍ਰੋਬਲਮ ਹੈ। ਅਗਰ ਉਹ ਹਾਂ ਕਰ ਦਿੰਦੇ ਤਾਂ ਉਹ ਸਾਨੂੰ ਪੁੱਛਦੇ ਆ ਕੇ, ਅਗਰ ਅਸੀਂ ਵੀ ਹਾਂ ਕਰ ਦਿੰਦੇ ਵੀ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਬੇਸ਼ੱਕ ਤੁਸੀਂ ਦੇ ਦਿੰਦੇ, ਪਰ ਸਾਡੀ ਵੀ, ਅਸੀਂ ਵੀ ਉਹਨਾਂ ਨੂੰ ਕੋਰੀ ਨਾ ਕਰੀ ਹੈ ਵੀ ਅਸੀਂ ਨਹੀਂ ਦੇਣੀ। ਸਰਦਾਰ ਕੁਲਵੰਤ ਸਿੰਘ MLA ਹੈ ਜੀ ਮੋਹਾਲੀ ਦੇ, ਉਹਨਾਂ ਨੇ ਵੀ ਸਿੱਧਾ ਕਿਹਾ ਹੈ ਵੀ ਹਾਂ ਪਿੰਡ ਦੇ ਜਿਹੜੀ ਜੇਲ੍ਹ ਬਣ ਰਹੀ ਹੈ ਇਹਨੂੰ ਹੋਰ ਕਿਸੇ ਜਗ੍ਹਾ ਬਦਲਿਆ ਜਾਵੇ, ਇਹ ਪਿੰਡ ਦੇ ਬਿਲਕੁਲ ਨਜ਼ਦੀਕ ਹੈ। ਤੁਹਾਨੂੰ ਦਿਖਾਉਂਦੇ ਹਾਂ ਤੇ ਜਿਹੜੀ ਇਹ ਇੱਕ ਥਾਂ ਹੈ ਜਿਹੜੀ ਸਿਆਮਲਾਟ ਹੈ, ਜਿਹਦਾ ਇਹ ਪਿਆ ਤਕਰੀਬਨ ਇਹ ਇਹਨਾਂ ਦੇ ਸਾਰੇ ਪਾਸੇ ਇਹ ਸਿਆਮਲਾਟ ਹੈ, ਜਿਹੜੇ ਜੇਲ੍ਹ ਦਾ ਇੱਥੇ ਇੱਕ ਇਹਨਾਂ ਦਾ ਵਿਰੋਧ ਚੱਲ ਰਿਹਾ ਕਿ ਇੱਥੇ ਜੇਲ੍ਹ ਨਾ ਬਣਾਈ ਜਾਵੇ। ਜਿਹੜੇ ਅਸੀਂ ਇਹਨਾਂ ਤੋਂ ਆਪਣਾ ਨਾਂ ਦੱਸ ਰਹੇ ਨੇ, ਆਪਣਾ ਮੁਖਤਿਆਰ ਸਿੰਘ ਜੀ, ਇਹਨਾਂ ਦਾ ਕਹਿਣਾ ਕਿ ਜਿਹੜੇ ਇੱਥੇ ਜੇਲ੍ਹ ਹੈ ਸਾਨੂੰ ਇਹਦੀ ਕਾਫੀ ਤਕਲੀਫ ਹੈ, ਤੇ ਸਾਡੇ MLA ਜਿਹੜਾ ਉਹ ਵੀ ਕਹਿ ਰਿਹਾ ਵੀ ਗਊ ਚਲਾਨ ਜ਼ਮੀਨ ਹੈ, ਤੇ ਜਿਹੜਾ ਸਾਡਾ MLA ਉਹਨਾਂ ਨੇ ਵੀ ਕਿਹਾ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਜਿਹੜੀ ਇਹ ਜ਼ਮੀਨ ਹੈ ਜਾਂ ਜੇਲ੍ਹ ਹੈ ਇੱਥੇ ਵੀ ਇਹਦੇ 'ਚ ਜੇਲ੍ਹ ਨਾ ਬਣੇ, ਤੇ ਇਸ ਨੂੰ ਮੈਂ ਜੇਲ੍ਹ ਨੂੰ ਤਬਦੀਲ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਤੇ ਇਹਨਾਂ ਦੇ ਕੋਲ ਜਿਹੜਾ ਇੱਕ ਮੰਗ ਪੱਤਰ ਹੈ ਉਹਨਾਂ ਦੇ ਸਾਈਨਾਂ ਵਾਲਾ, ਉਹ ਵੀ ਮਤਲਬ ਕਿ ਇਹਨਾਂ ਦੇ ਕੋਲ ਇਹ ਦੇ ਕੇ ਆਏ ਨੇ।
ਉਹ ਵੀ ਇਹਨਾਂ ਨੇ ਮਤਲਬ ਕਿ ਕੁਲਵੰਤ ਸਿੰਘ ਐਮਐਲਏ ਜਿਹੜਾ ਜੇਲ੍ਹ ਮੰਤਰੀ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਵੀ ਅੱਗੇ ਇਹਨੂੰ ਤਬਦੀਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਕਾਫੀ ਚਿਰ ਤੋਂ ਵਿਰੋਧ ਚੱਲ ਰਿਹਾ ਸੀਗਾ ਤੇ ਹੁਣ ਦੇਖਦੇ ਹਾਂ ਵੀ ਇਹਦਾ ਜਿਹੜਾ ਅਗਲਾ ਮੁੱਦਾ ਹੈ ਇਹ ਕਿੱਥੇ ਜਾ ਕੇ ਖਤਮ ਹੁੰਦਾ ਹੈ। ਕੁਰੜੇ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ ਤੇ ਮਨਦੀਪ ਸਿੰਘ। ਹੋਰ ਖਬਰਾਂ ਵੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ।